Hello everyone. Today we will start lesson 7th of Swix Market Around Us. ਬੱਚਿਓ ਅੱਜ ਆਪਾਂ ਸਵਿਕਸ ਦਾ 7th ਚੈਪਟਰ ਕਰਾਂਗੇ ਮਾਰਕੀਟ ਅਰਾਊਂਡ ਅਸ। ਇਸ ਦੇ ਵਿੱਚ ਆਪਾਂ ਜੋ ਵੀ ਮਾਰਕੀਟ ਦੇ ਬਾਰੇ ਜੋ ਵੀ ਆਪਾਂ ਜਿੱਥੋਂ ਕੁਝ ਖਰੀਦਦੇ ਹਾਂ ਠੀਕ ਹੈ ਉਸ ਦੇ ਬਾਰੇ ਪੜ੍ਹਾਂਗੇ। ਕਿਵੇਂ ਸਿਸਟਮ ਚੱਲਦਾ ਹੈ, ਕਿਵੇਂ ਆਪਣੇ ਤੱਕ ਕੋਈ ਪ੍ਰੋਡਕਟ ਆਉਂਦਾ ਹੈ ਠੀਕ ਹੈ, ਕਿਵੇਂ ਆਪਾਂ ਉਸ ਨੂੰ ਖਰੀਦਣ ਜਾਂਦੇ ਹਾਂ। ਵੀ ਅਲੱਗ-ਅਲੱਗ ਟਾਈਪਸ ਦੀ ਮਾਰਕੀਟ ਦੇ ਵਿੱਚ ਸ਼ਾਪ ਨੇ, ਉਹਨਾਂ ਦੇ ਬਾਰੇ ਇਸ ਚੈਪਟਰ ਦੇ ਵਿੱਚ ਆਪਾਂ ਪੜ੍ਹਾਂਗੇ ਠੀਕ ਹੈ। ਪਹਿਲਾਂ ਆਪਾਂ ਪੜ੍ਹਦੇ ਹਾਂ ਮਾਰਕੀਟ ਅਰਾਊਂਡ ਅਸ ਦੇ ਵਿੱਚ ਵੀ ਗੋ ਟੂ ਦਾ ਮਾਰਕੀਟ ਟੂ ਬਾਏ ਮੈਨੀ ਥਿੰਗਸ। ਅਸੀਂ ਮਾਰਕੀਟ ਕਿਉਂ ਜਾਂਦੇ ਹਾਂ? ਕੁਛ ਚੀਜ਼ਾਂ ਅਲੱਗ-ਅਲੱਗ ਟਾਈਪਸ ਜਿਹੜੀ ਥਿੰਗਸ ਹੈ ਉਹਨਾਂ ਨੂੰ ਖਰੀਦਣ ਦੇ ਲਈ। ਲਾਈਕ ਦੈਟ ਵੈਜੀਟੇਬਲਸ ਠੀਕ ਹੈ, ਵੈਜੀਟੇਬਲ ਖਰੀਦਣ ਲਈ ਸ਼ਾਪ, ਸੋਪ ਹੋ ਗਿਆ, ਟੂਥਪੇਸਟ ਹੋ ਗਿਆ, ਮਸਾਲਾ, ਬ੍ਰੈਡ, ਰਾਈਸ, ਦਾਲ, ਕਲੌਥਸ, ਨੋਟਬੁੱਕ, ਬਿਸਕਿਟਸ ਐਕਸੈਕਟਰਾ। ਬਹੁਤ ਕੁਝ ਇੱਦਾਂ ਦੀਆਂ ਆਈਟਮਸ ਨੇ ਜਿਨ੍ਹਾਂ ਨੂੰ ਖਰੀਦਣ ਦੇ ਲਈ ਆਪਾਂ ਮਾਰਕੀਟ ਜਾਂਦੇ ਹਾਂ ਠੀਕ ਹੈ। ਇਸ ਤੋਂ ਇਲਾਵਾ there are many kind of market that we visit for everyday needs ਠੀਕ ਹੈ। ਇੱਦਾਂ ਆਪਾਂ ਮਾਰਕੀਟ ਦੇ ਵਿੱਚ ਹਰ ਐਵਰੀਡੇ ਦੀ ਜੋ ਆਪਣੀ ਜ਼ਰੂਰਤਾਂ ਨੀਡਸ ਆ ਉਸ ਨੂੰ ਪੂਰਾ ਕਰਨ ਲਈ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਹਾਂ ਠੀਕ ਹੈ। ਇਸ ਦੇ ਵਿੱਚ ਕੀ ਆ, ਦੀਜ਼ ਕੈਨ ਇਨਕਲੂਡ ਸ਼ੋਪਸ। ਕੁਛ ਸ਼ੋਪਸ ਜਿਹੜੀਆਂ ਇਨਕਲੂਡ ਨੇ ਇਹਨਾਂ ਵਿੱਚ ਹਾਕਰ ਸਟਾਲ ਹੋ ਗਈਆਂ ਠੀਕ ਹੈ, ਜਿਹੜੇ ਆਵਰ ਨੇਬਰਹੁੱਡ ਸ਼ੋਪ ਹੋ ਗਈਆਂ, ਵੀਕਲੀ ਮਾਰਕੀਟ ਹੋ ਗਿਆ, ਲਾਰਜ ਸ਼ੋਪਿੰਗ ਕੰਪਲੈਕਸ ਹੋ ਗਿਆ ਠੀਕ ਹੈ। ਇੱਦਾਂ ਦੇ ਮਤਲਬ ਕਿ 3-4 ਟਾਈਪਸ ਦੇ ਆਪਾਂ ਨੂੰ ਇਹਨਾਂ ਨੇ ਸ਼ੌਪ ਦੇ ਬਾਰੇ ਦੱਸਿਆ ਹੋਇਆ। ਇੱਕ ਤਾਂ ਹਾਕਰ ਜਿਹੀਆਂ ਹੋ ਗਈਆਂ ਜਿਹੜੇ ਆਪਾਂ ਨੂੰ ਹੋਕਾ ਦਿੰਦੇ ਆ, ਬੁਲਾਉਂਦੇ ਆ ਆਪਣੀ ਠੀਕ ਹੈ ਸ਼ੌਪ 'ਤੇ। ਇਸ ਤੋਂ ਇਲਾਵਾ ਨੇਬਰਹੁੱਡ ਠੀਕ ਹੈ, ਜਿਹੜੀਆਂ ਕਿ ਆਪਣੇ ਗੁਆਂਢ ਦੇ ਵਿੱਚ ਠੀਕ ਹੈ ਸ਼ੌਪ ਨੇ। ਇਸ ਤੋਂ ਇਲਾਵਾ ਵੀਕਲੀ ਮਾਰਕੀਟ ਦੇ ਬਾਰੇ ਆਪਾਂ ਪੜ੍ਹਾਂਗੇ ਇਸ 'ਤੇ ਨੈਕਸਟ ਚੈਪਟਰ ਦੇ ਵਿੱਚ, ਇਸ ਦੇ ਵਿੱਚ ਹੀ ਨੈਕਸਟ ਪੇਜ 'ਤੇ। ਇਸ ਤੋਂ ਇਲਾਵਾ ਸ਼ਾਪਿੰਗ ਕੰਪਲੈਕਸ ਨੇ ਜਿਹੜੇ ਕਿ ਮੌਲਸ ਨੇ ਠੀਕ ਹੈ, ਇਹਨਾਂ ਦੇ ਬਾਰੇ ਆਪਾਂ ਪੜ੍ਹਾਂਗੇ। ਚਲੋ ਇੱਥੇ ਆਪਾਂ ਚੱਲਦੇ ਹਾਂ ਫਿਰ। ਕੁਛ ਇੱਥੇ ਜਿਹੜੇ ਵਾਇਰ ਨੇ ਖਰੀਦਣ ਵਾਲੇ ਅਤੇ ਜਿਹੜੇ ਸੈਲਰ ਨੇ ਸੋਲਡ ਕਰਦੇ ਆ ਚੀਜ਼ਾਂ, ਆਈਟਮ ਵੇਚਦੇ ਆ, ਇਹਨਾਂ ਦੇ ਬਾਰੇ ਸਾਰਿਆਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਨੈਕਸਟ ਚੱਲਦੇ ਹਾਂ। ਫਸਟ ਆਫ ਆਲ ਪਹਿਲਾਂ ਆਪਾਂ ਸਟਾਰਟ ਕਰਾਂਗੇ ਵੀਕਲੀ ਮਾਰਕੀਟ ਦੇ ਬਾਰੇ। ਵੀਕਲੀ ਮਾਰਕੀਟ ਹੁੰਦੀ ਕੀ ਹੈ ਠੀਕ ਹੈ। ਵੀਕਲੀ ਮਾਰਕੀਟ ਕੀ ਹੈ? ਇੱਕ ਸਪੈਸੀਫਿਕ ਡੇ ਦੇ ਵਿੱਚ ਇੱਥੇ ਕੋਈ ਸਮਾਨ ਵੇਚਦੇ ਨੇ ਵੇਚਣ ਵਾਲੇ। ਵੀਕਲੀ ਮਾਰਕੀਟ ਡੂ ਨਾਟ ਹੈਵ ਪਰਮਾਨੈਂਟ ਸ਼ਾਪ। ਇਹਨਾਂ ਕੋਲ ਆਪਣੀ ਪਰਮਾਨੈਂਟ ਪੱਕੇ ਤੌਰ 'ਤੇ ਸ਼ਾਪ ਨਹੀਂ ਹੁੰਦੀ, ਦੁਕਾਨ ਨਹੀਂ ਹੁੰਦੀ। ਇਹ ਤੁਰ ਫਿਰ ਕੇ ਮਤਲਬ ਸਪੈਸੀਫਿਕ ਦੇ ਅੱਜ ਦੇ ਦਿਨ ਮੰਨ ਲਓ ਜੀ ਕਿ ਮੰਡੇ ਆ ਤਾਂ ਮੰਡੇ ਅੱਜ ਇੱਕ ਜਗ੍ਹਾ 'ਤੇ, ਫਿਰ ਉੱਥੋਂ ਪ੍ਰੋਡਕਟ ਵੇਚਣਗੇ ਠੀਕ ਹੈ। ਨੈਕਸਟ ਡੇ ਨੈਕਸਟ ਪਲੇਸ 'ਤੇ ਚਲੇ ਜਾਣਗੇ, ਕਿਸੇ ਹੋਰ ਜਗ੍ਹਾ ਚਲੇ ਜਾਣਗੇ। ਇਹਨਾਂ ਨੂੰ ਆਪਾਂ ਵੀਕਲੀ ਮਾਰਕੀਟ ਦੇ ਵਿੱਚ ਲੈ ਆਉਂਦੇ ਹਾਂ। ਟਰੇਡਰ ਸੈਟ ਅਪ ਸ਼ਾਪ ਫॉर ਡੇ ਐਂਡ ਦੈਨ ਕਲੋਜ਼ ਦੈਮ ਅਪ ਇਨ ਦਾ ਈਵਨਿੰਗ। ਇਹ ਦੁਪਹਿਰ ਦੇ ਟਾਈਮ ਜਾਂ ਮੋਰਨਿੰਗ ਟਾਈਮ ਆਪਣੀ ਦੁਕਾਨ ਸੈੱਟ ਕਰਦੇ ਆ ਕਿਤੇ ਇੱਕ ਪਾਰਟੀਕੂਲਰ ਜਗ੍ਹਾ 'ਤੇ, ਫਿਰ ਈਵਨਿੰਗ ਤੱਕ ਆਪਣਾ ਸਮਾਨ ਸਾਰਾ ਵੇਚ ਕੇ ਉਹ ਚਲੇ ਜਾਂਦੇ ਆ। ਨੈਕਸਟ ਡੇ ਅਗਲੀ ਕਿਤੇ ਹੋਰ ਜਗ੍ਹਾ 'ਤੇ ਚਲੇ ਜਾਂਦੇ। ਦੇਅਰ ਆਰ 1000 ਆਫ ਸੱਚ ਮਾਰਕੀਟ ਇਨ ਇੰਡੀਆ। ਇੱਦਾਂ ਦੀਆਂ ਹਜ਼ਾਰਾਂ ਜਿਹੜੀਆਂ ਮਾਰਕੀਟ ਨੇ, ਵੀਕਲੀ ਮਾਰਕੀਟ ਨੇ, ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ। ਪੀਪਲ ਕਮ ਹੇਅਰ ਫॉर ਦੇਅਰ ਐਵਰੀਡੇ ਰਿਕੁਆਇਰਮੈਂਟ। ਜਿਹੜੇ ਲੋਕ ਨੇ ਇੱਥੇ ਆਪਣੇ ਹਰ ਦਿਨ ਦੀਆਂ ਰਿਕੁਆਇਰਮੈਂਟ ਨੇ, ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ, ਉਹਨਾਂ ਦੇ ਲਈ ਇਹਨਾਂ ਵੀਕਲੀ ਮਾਰਕੀਟ ਦੇ ਕੋਲ ਆਉਂਦੇ ਨੇ। ਨੈਕਸਟ ਦੇਖਦੇ ਹਾਂ, ਮੈਨੀ ਥਿੰਗ ਇਨ ਵੀਕਲੀ ਮਾਰਕੀਟ ਆਰ ਅਵੇਲੇਬਲ ਐਟ ਚੀਪਰ ਰੇਟ। ਜਿਹੜੀਆਂ ਵੀਕਲੀ ਮਾਰਕੀਟ ਨੇ ਠੀਕ ਹੈ, ਉਹਨਾਂ ਦੇ ਵਿੱਚ ਜਿਹੜੀਆਂ ਕੁਛ ਇੱਦਾਂ ਦੀਆਂ ਆਈਟਮਸ ਹੁੰਦੀਆਂ ਨੇ ਉਹ ਕਾਫੀ ਚੀਪਰ, ਮਤਲਬ ਬਹੁਤ ਹੀ ਘੱਟ ਰੇਟਾਂ 'ਤੇ ਆਪਾਂ ਨੂੰ ਵੇਚ ਦਿੰਦੇ ਨੇ ਉਹ ਠੀਕ ਹੈ। ਦਿਸ ਬਿਕੋਜ਼ ਵੈਨ ਸ਼ਾਪ ਆਰ ਪਰਮਾਨੈਂਟ ਬਿਲਡਿੰਗ। ਜਿਹੜੀ ਪਰਮਾਨੈਂਟ ਸ਼ਾਪ ਤੋਂ ਆਪਾਂ ਕੋਈ ਚੀਜ਼ ਦੇ ਉਸ 'ਤੇ ਜੇ ਆਪਾਂ ਕੰਪੈਰੀਜ਼ਨ ਕਰੀਏ ਵੀਕਲੀ ਮਾਰਕੀਟ ਦੇ ਨਾਲ, ਇਹ ਬਹੁਤ ਸਸਤੇ ਰੇਟਾਂ 'ਤੇ ਆਪਾਂ ਨੂੰ ਚੀਜ਼ਾਂ ਆਈਟਮਸ ਵਗੈਰਾ ਵੇਚਦੇ ਨੇ। ਦੇ ਅਕਰ ਅ ਲੋਟ ਆਫ ਐਕਸਪੈਂਡੀਚਰ। ਕਿਉਂਕਿ ਇਹਨਾਂ ਨੂੰ ਜਿਹੜੇ ਪਰਮਾਨੈਂਟ ਸ਼ਾਪਸ ਨੇ ਉਹਨਾਂ ਨੂੰ ਕਾਫੀ ਐਕਸਪੈਂਡੀਚਰ ਮਤਲਬ ਖਰਚਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਠੀਕ ਹੈ, ਤਾਂ ਕਰਕੇ ਉਹ ਆਪਾਂ ਨੂੰ ਥੋੜ੍ਹਾ ਮਹਿੰਗਾ ਵੇਚਦੇ ਨੇ। ਕੀ ਖਰਚੇ ਹੁੰਦੇ ਨੇ? ਦੇ ਹੈਵ ਟੂ ਪੇ ਰੈਂਟ। ਉਹਨਾਂ ਨੂੰ ਇੱਕ ਤਾਂ ਰੈਂਟ ਦੇਣਾ ਪੈਂਦਾ, ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਪਰਮਾਨੈਂਟ ਠੀਕ ਹੈ, ਉਹਨਾਂ ਦੇ ਵਿੱਚ ਉਹਨਾਂ ਨੂੰ ਕਿਰਾਇਆ ਦੇਣਾ ਪੈਂਦਾ ਹੈ, ਰੈਂਟ ਦੇਣਾ ਪੈਂਦਾ ਹੈ। ਦੂਸਰਾ ਇਲੈਕਟ੍ਰੀਸਿਟੀ ਠੀਕ ਹੈ, ਬਿਜਲੀ ਦਾ ਬਿੱਲ, ਫੀਸ ਆਫ ਗੌਰਮੈਂਟ, ਜਿਹੜੀ ਗੌਰਮੈਂਟ ਕੋਈ ਟੈਕਸ ਲੈਂਦਾ ਉਹਨਾਂ ਤੋਂ, ਇਹ ਸਾਰਾ ਕੁਛ ਉਹਨਾਂ ਨੂੰ ਦੇਣਾ ਪੈਂਦਾ। ਤਾਂ ਕਰਕੇ ਉਹਨਾਂ ਦੇ ਥੋੜ੍ਹੇ ਜਿਹੇ ਜਿਹੜੇ ਰੇਟ ਨੇ ਆਈਟਮ ਉੱਤੇ ਕੋਸਟਲੀ ਹੁੰਦੇ ਨੇ, ਆਪਾਂ ਨੂੰ ਥੋੜ੍ਹਾ ਜਿਹਾ ਮਹਿੰਗਾ ਲਾਉਂਦੇ। ਪਰ ਜਿਹੜੇ ਵੀਕਲੀ ਮਾਰਕੀਟ ਆ, ਜਿਹੜੀ ਤੁਰ ਫਿਰ ਕੇ ਆਪਣਾ ਸਮਾਨ ਵੇਚਦੇ ਆ,
ਉਹਨਾਂ ਦੇ ਲਈ ਕੀ ਆ, ਇਹ ਸਾਰੇ ਐਕਸਪੈਂਡੀਚਰ ਜਿਹੜੇ ਹੈਗੇ ਖਰਚੇ ਇਹਨਾਂ ਨੂੰ ਨਹੀਂ ਹੁੰਦੇ, ਕਿਉਂਕਿ ਨਾ ਤਾਂ ਉਹਨਾਂ ਕੋਲ ਦੁਕਾਨ ਹੁੰਦੀ ਆ, ਨਾ ਕੋਈ ਬਿਜਲੀ ਦਾ ਖਰਚਾ ਉਹਨਾਂ ਦਾ, ਨਾ ਹੀ ਉਹਨਾਂ ਕੋਲ ਵਰਕਰਸ ਹੁੰਦੇ ਨੇ, ਠੀਕ ਹੈ, ਨਾ ਹੀ ਕੋਈ ਮੇਨਟੇਨੈਂਸ ਦਾ ਖਰਚਾ ਹੁੰਦਾ। ਤਾਂ ਕਰਕੇ ਉਹ ਆਪਾਂ ਨੂੰ ਥੋੜ੍ਹਾ ਜਿਹੜਾ ਸਮਾਨ ਆ ਉਹ ਘੱਟ ਰੇਟਾਂ 'ਤੇ ਆਪਾਂ ਨੂੰ ਵੇਚ ਦਿੰਦੇ ਨੇ, ਠੀਕ ਹੈ। ਨੈਕਸਟ ਚੱਲਦੇ ਹਾਂ। ਵੀਕਲੀ ਮਾਰਕੀਟ ਦੇ ਵਿੱਚ ਇੱਕ ਹੋਰ ਕੀ ਹੁੰਦਾ, ਵੀਕਲੀ ਮਾਰਕੀਟ ਵਾਲੇ ਜਿਹੜੇ ਹੈਗੇ ਨੇ, ਠੀਕ ਹੈ, ਵੇਚਣ ਵਾਲੇ, ਉਹ ਆਪਣੇ ਘਰ ਦੇ ਵਿੱਚ ਕੀ ਕਰਦੇ ਨੇ, ਸਟੋਰ ਕਰਕੇ ਰੱਖ ਲੈਂਦੇ ਕਾਫੀ ਸਮਾਨ, ਅਤੇ ਬਾਕੀ ਉਹਨਾਂ ਦੇ ਜਿਹੜੇ ਹੈਗੇ ਮੋਸਟ ਆਫ ਦੈਮ ਆਰ ਹੈਲਪਡ ਬਾਏ ਦੇਅਰ ਫੈਮਿਲੀ ਮੈਂਬਰਸ ਐਂਡ ਹੈਂਸ ਡੂ ਨਾਟ ਨੀਡ ਹਾਇਰ ਵਰਕਰ, ਠੀਕ ਹੈ। ਜਿਹੜੇ ਵੀਕਲੀ ਮਾਰਕੀਟ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਜ਼ਿਆਦਾਤਰ ਜਿਹੜੇ ਨਾਲ ਕੋਈ ਕੰਮ ਕਰਨ ਵਾਲਾ ਹੁੰਦਾ ਹੈ ਉਹਨਾਂ ਦੇ ਘਰ ਦੇ ਫੈਮਿਲੀ ਮੈਂਬਰ ਹੀ ਹੁੰਦੇ, ਤਾਂ ਇਸ ਲਈ ਉਹਨਾਂ ਨੂੰ ਕੋਈ ਜਿਹੜਾ ਵਰਕਰ ਆ ਉਹ ਹਾਇਰ ਨਹੀਂ ਕਰਨਾ ਪੈਂਦਾ, ਯਾਨੀ ਕਿ ਕੋਈ ਕੰਮ ਕਰਨ ਦੇ ਲਈ ਕੋਈ ਹੋਰ ਐਕਸਟਰਾ ਵਰਕਰ ਉਹਨਾਂ ਨੂੰ ਰੱਖਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਦੇ ਫੈਮਿਲੀ ਮੈਂਬਰ ਹੀ ਉਸ ਦੇ ਵਿੱਚ ਇਨਕਲੂਡ ਹੁੰਦੇ ਆ ਉਹਨਾਂ ਦੇ ਨਾਲ ਉਹ ਦੁਕਾਨ ਚਲਾਉਣ ਦੇ ਲਈ, ਠੀਕ ਹੈ। ਇਸ ਤੋਂ ਇਲਾਵਾ ਵੀਕਲੀ ਮਾਰਕੀਟ ਆਲਸੋ ਹੈਵ ਲਾਰਜ ਨੰਬਰਸ ਆਫ ਸੈਲਿੰਗ ਦਾ ਸੇਮ ਗੁੱਡ ਵਿਚ ਮੀਨ ਦੇਅਰ ਕੰਪੀਟੀਸ਼ਨ ਅਮੰਗ ਦੈਮ। ਵੀਕਲੀ ਮਾਰਕੀਟ ਦੇ ਵਿੱਚ ਵੀ ਕੀ ਆ, ਬਹੁਤ ਵੱਡੀ ਮਾਤਰਾ ਦੇ ਵਿੱਚ, ਲਾਰਜ ਨੰਬਰ ਦੇ ਵਿੱਚ ਕੀ ਆ, ਇੱਦਾਂ ਦੀਆਂ ਸ਼ਾਪ ਹੁੰਦੀਆਂ ਨੇ, ਇਹਨਾਂ ਦੇ ਵਿੱਚ ਖੁਦ ਆਪਣੇ ਵਿੱਚ ਇਹਨਾਂ ਦੇ ਕੰਪੀਟੀਸ਼ਨ ਹੁੰਦਾ ਅਮੰਗ ਦੈਮ। ਇਹਨਾਂ ਦੇ ਵਿੱਚ ਇਫ ਸਮ ਟਰੇਡਰ ਵਰ ਚਾਰਜ ਹਾਈ ਪ੍ਰਾਈਸ, ਜੇ ਕੋਈ ਟਰੇਡਰ ਜਿਹੜਾ ਕੋਈ ਵਪਾਰੀ ਆ ਕੋਈ ਜ਼ਿਆਦਾ ਪੈਸੇ ਲਗਾਉਂਦਾ ਕਿਸੇ ਚੀਜ਼ ਦੇ, ਤਾਂ ਪੀਪਲ ਵੁੱਡ ਮੂਵ ਟੂ ਅਨਦਰ ਸ਼ਾਪ, ਤਾਂ ਜਿਹੜੇ ਲੋਕ ਨੇ ਉਹ ਹੋਰ ਦੁਕਾਨ ਦੇ ਵਿੱਚ ਚਲੇ ਜਾਂਦੇ ਨੇ, ਠੀਕ ਹੈ। ਸੇਮ ਥਿੰਗ ਮੇ ਬੀ ਅਵੇਲੇਬਲ ਮੋਰ ਚੀਪਲੀ ਔਰ ਵੇਅਰ ਦਾ ਵਾਇਰ ਕੈਨ ਬਾਰਗੇਨ ਐਂਡ ਬ੍ਰਿੰਗ ਦਾ ਪ੍ਰਾਈਸ ਡਾਊਨ। ਉੱਥੇ ਕੀ ਕਰਦੇ ਨੇ, ਦੇਖੋ ਅੱਜ ਕੱਲ੍ਹ ਆਪਾਂ ਵੀ ਦੇਖੋ ਮਾਰਕੀਟ ਦੇ ਵਿੱਚ ਜਾਂਦੇ ਹਾਂ, ਸੇਮ ਇੱਦਾਂ ਦੇ ਕੋਈ ਰੇਹੜੀ ਵਾਲੇ ਜਾਂ ਕੁਛ ਹੋਰ ਇੱਦਾਂ ਦੇ ਸ਼ਾਪ ਨੇ, ਠੀਕ ਹੈ, ਇੱਕ ਹੀ ਨਾਲ ਦੀ ਨਾਲ ਸ਼ਾਪ ਦੇ ਵਿੱਚ ਸੇਮ ਸਮਾਨ ਮਿਲਦਾ। ਕੋਈ ਜੇਕਰ ਆਪਾਂ ਨੂੰ ਇੱਕ ਦੁਕਾਨ ਦੇ ਉੱਪਰ ਕੋਈ ਕੋਸਟਲੀ ਲਗਾਉਂਦਾ ਤਾਂ ਆਪਾਂ ਉੱਥੋਂ ਮੂਵ ਕਰਦੇ ਹਾਂ, ਸੈਕਿੰਡ 'ਤੇ ਚਲੇ ਜਾਂਦੇ ਹਾਂ ਅਤੇ ਉਹਨਾਂ ਨੂੰ ਕਹਿ ਦਿੰਦੇ ਹਾਂ ਵੀ ਅਸੀਂ ਇੰਨਾ ਤਾਂ ਛੱਡ ਕੇ ਆਏ ਹਾਂ ਵੀ ਇਸ ਲਈ ਸਾਨੂੰ ਇੰਨੇ ਦੇ ਵਿੱਚ ਆਹ ਕੋਈ ਚੀਜ਼ ਲਗਾ ਦਿਓ, ਤਾਂ ਆਪਾਂ ਉਹਨਾਂ ਨਾਲ ਬਾਰਗੇਨਿੰਗ ਕਰਦੇ ਹਾਂ। ਬਾਰਗੇਨਿੰਗ ਮਤਲਬ ਆਪਾਂ ਉਹਨਾਂ ਦੇ ਨਾਲ ਕਹਿ ਦਿੰਦੇ ਵੀ ਉਹ ਕਹਿੰਦੇ ਅਸੀਂ ਮਤਲਬ 100 ਰੁਪੀਜ਼ ਲੈਣਾ, ਤਾਂ ਆਪਾਂ ਉਸ ਨੂੰ ਕਹਿ ਦਿੰਦੇ ਵੀ ਇਸ ਤਾਂ 50 ਹੀ ਦੇਣੇ ਆ। ਇਹ ਚੀਜ਼ ਹੁੰਦੀ ਹੈ ਬਾਰਗੇਨਿੰਗ, ਠੀਕ ਹੈ। ਤਾਂ ਉਹ ਬਾਰਗੇਨਿੰਗ ਕਰਦੇ ਆ ਅਤੇ ਪ੍ਰਾਈਸ ਡਾਊਨ ਕਰ ਲੈਂਦੇ ਆ, ਉਹ ਮਤਲਬ ਕਿ ਆਪਣੇ ਰੇਟ ਘਟਾ ਲੈਂਦੇ ਕਿਸੇ ਆਈਟਮ ਦਾ, ਠੀਕ ਹੈ। ਇਸ ਤਰ੍ਹਾਂ ਵਨ ਆਫ ਐਡਵਾਂਟੇਜ ਆਫ ਵੀਕਲੀ ਮਾਰਕੀਟ ਇਜ਼ ਦੈਟ ਮੋਸਟ ਥਿੰਗ ਯੂ ਨੀਡ ਆਰ ਅਵੇਲੇਬਲ ਐਟ ਵਨ ਪਲੇਸ। ਜਿਹੜੀਆਂ ਐਡਵਾਂਟੇਜਸ ਆ, ਇਸ ਦੀ ਵਿਸ਼ੇਸ਼ਤਾ ਕੀ ਆ ਵੀਕਲੀ ਮਾਰਕੀਟ ਦੀ, ਆਪਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਹੁੰਦੀਆਂ, ਨੀਡਸ ਆਰ ਅਵੇਲੇਬਲ ਐਟ ਵਨ ਪਲੇਸ, ਉਹ ਆਪਾਂ ਨੂੰ ਇੱਕੋ ਥਾਂ 'ਤੇ ਮਿਲ ਜਾਂਦੀਆਂ ਨੇ, ਠੀਕ ਹੈ। ਜਿਹੜੇ ਵੀਕਲੀ ਮਾਰਕੀਟ ਦੇ ਵਿੱਚ ਆ ਉਹ ਕੀ ਕਰਦੇ ਨੇ, ਵੈਜੀਟੇਬਲ ਵੀ ਰੱਖ ਲੈਂਦੇ ਨੇ, ਗਰੋਸਰੀਜ਼ ਵੀ, ਕਲੋਥ ਵੀ, ਯੂਟੈਂਸਲ ਵੀ, ਭਾਂਡੇ, ਠੀਕ ਹੈ, ਇੱਦਾਂ ਦੀਆਂ ਆਈਟਮਾਂ ਇਕੱਠੀਆਂ ਹੀ ਰੱਖੀਆਂ ਹੁੰਦੀਆਂ ਉਹਨਾਂ ਦੀਆਂ, ਠੀਕ ਹੈ। ਤਾਂ ਆਪਾਂ ਨੂੰ ਕੀ ਆ, ਥਾਂ ਅਲੱਗ-ਅਲੱਗ ਜਗ੍ਹਾ 'ਤੇ ਜਾਣ ਦੀ ਜ਼ਰੂਰਤ ਨਹੀਂ, ਆਪਾਂ ਇੱਕ ਸ਼ਾਪ ਤੋਂ ਹੀ ਉਸ ਤੋਂ ਇਹ ਚੀਜ਼ਾਂ ਸਾਰੀਆਂ ਖਰੀਦ ਸਕਦੇ ਹਾਂ, ਠੀਕ ਹੈ। ਇਹ ਇੱਕ ਇਸ ਦੀ ਐਡਵਾਂਟੇਜਸ ਹੋਊਗੀ। ਉਹਦੇ ਲਈ ਆਪਾਂ ਨੂੰ ਡਿਫਰੈਂਟ ਏਰੀਆ ਦੇ ਵਿੱਚ ਕੋਈ ਅਲੱਗ ਚੀਜ਼ ਖਰੀਦਣ ਲਈ ਜਾਣਾ ਨਹੀਂ ਪੈ ਸਕਦਾ, ਠੀਕ ਹੈ। ਪੀਪਲ ਆਲਸੋ ਪ੍ਰੈਫਰ ਗੋਇੰਗ ਟੂ ਅ ਮਾਰਕੀਟ ਵੇਅਰ ਦੇ ਹੈਵ ਆ ਚੋਇਸ ਐਂਡ ਵਰਾਇਟੀ ਆਫ ਗੁੱਡਸ। ਲੋਕ ਕੀ ਕਰਦੇ ਨੇ, ਪ੍ਰੈਫਰ ਕਰਦੇ ਨੇ ਉੱਦਾਂ ਦੀ ਮਾਰਕੀਟ, ਇਸ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਜਾਣ ਦੇ ਲਈ ਜਿੱਥੇ ਉਹਨਾਂ ਦੀ ਜਿਹੜੀ ਚੋਇਸ ਆ ਜਾਂ ਵਰਾਇਟੀ ਆਫ ਗੁੱਡ, ਉਹਨਾਂ ਦੀ ਜਿਹੜੀ ਕੋਈ ਵਰਾਇਟੀ ਅਲੱਗ-ਅਲੱਗ ਵਰਾਇਟੀ ਦੀਆਂ ਉਹਨਾਂ ਨੂੰ ਚੀਜ਼ਾਂ ਉੱਥੋਂ ਆਈਟਮ ਵਗੈਰਾ ਮਿਲ ਸਕਣ, ਠੀਕ ਹੈ। ਨੈਕਸਟ ਚੱਲਦੇ ਹਾਂ ਆਪਾਂ ਸ਼ੋਪ ਇਨ ਦਾ ਨੇਬਰਹੁੱਡ। ਜੋ ਵੀ ਆਪਣੇ ਗੁਆਂਢ ਦੇ ਵਿੱਚ ਵੱਜਦਾ, ਵੀ ਆਪਾਂ ਸ਼ਹਿਰ ਰਹਿੰਦੇ ਹਾਂ ਜਾਂ ਫਿਰ ਪਿੰਡ ਦੇ ਵਿੱਚ ਰਹਿੰਦੇ ਹਾਂ, ਜਿੱਥੇ ਵੀ ਆਪਣੇ ਨੇਬਰਹੁੱਡ ਦੇ ਵਿੱਚ ਜੋ ਵੀ ਸ਼ਾਪ ਹੁੰਦੀਆਂ ਨੇ ਉਹਨਾਂ ਦੇ ਬਾਰੇ ਆਪਾਂ ਇਸ ਦੇ ਵਿੱਚ ਡਿਸਕਸ ਕਰਾਂਗੇ। ਫਸਟ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਸਮੀਰ ਸੈਲਰ ਆਫ ਕਲੋਥ। ਇਹਦੇ ਵਿੱਚ ਕੀ ਹੈ, ਇੱਕ ਸਮੀਰ ਨਾਂ ਦਾ ਪਰਸਨ ਆ, ਠੀਕ ਹੈ, ਉਹ ਇੱਕ ਛੋਟਾ ਟਰੇਡਰ ਆ, ਸਮੋਲ ਟਰੇਡਰ ਮਤਲਬ ਵਪਾਰੀ, ਛੋਟਾ ਵਪਾਰੀ ਆ। ਉਹ ਵੀਕਲੀ ਮਾਰਕੀਟ ਚਲਾਉਂਦਾ। ਉਹ ਇਸ ਤਰ੍ਹਾਂ ਦੇਖੋ ਇਸ ਪਿਕਚਰ ਦੇ ਵਿੱਚ ਜਿਸ ਤਰ੍ਹਾਂ ਇੱਦਾਂ ਉਹ ਕੱਪੜੇ ਰੱਖ ਲੈਂਦੇ ਆ, ਫਿਰ ਉਹ ਕੋਈ ਇਹਨਾਂ ਦੀ ਪਰਮਾਨੈਂਟ ਸ਼ਾਪ ਨਹੀਂ ਹੈਗੀ, ਠੀਕ ਹੈ, ਕੋਈ ਇਹਨਾਂ ਦਾ ਹੋਰ ਕੋਈ ਵਰਕਰ ਨਹੀਂ ਰੱਖਿਆ, ਖੁਦ ਹੈਗੇ ਨੇ ਉਹ, ਇੱਥੋਂ ਵੇਚ ਕੇ ਉਹ ਬਾਅਦ ਨੈਕਸਟ ਡੇ ਜਾ ਕੇ ਅਤੇ ਉੱਥੇ ਹੀ ਉਹ ਮੂਵ ਕਰ ਜਾਂਦੇ ਨੇ, ਠੀਕ ਹੈ, ਅਗਲੇ ਦਿਨ ਅਗਲੀ ਜਗ੍ਹਾ ਕਿਸੇ ਹੋਰ ਜਗ੍ਹਾ 'ਤੇ ਚਲੇ ਜਾਂਦੇ ਨੇ, ਠੀਕ ਹੈ। ਨੈਕਸਟ ਹੁਣ ਆਪਾਂ ਇਸ ਦੇ ਵਿੱਚ ਆਪਾਂ ਪੜ੍ਹਾਂਗੇ ਸ਼ੋਪਸ ਇਨ ਨੇਬਰਹੁੱਡ, ਠੀਕ ਹੈ। ਭਾਵੇਂ ਆਪਾਂ ਵੀਕਲੀ ਮਾਰਕੀਟ ਤੋਂ ਕਾਫੀ ਵਰਾਇਟੀ ਦੇ ਵਿੱਚ ਸਮਾਨ ਜੋ ਆਪਾਂ ਨੂੰ ਆਈਟਮਸ ਵਗੈਰਾ ਮਿਲਦੀਆਂ ਨੇ ਉਹ ਖਰੀਦ ਲੈਂਦੇ ਨੇ, ਪਰ ਹਾਊ ਐਵਰ ਵੀ ਆਲਸੋ ਬਾਏ ਥਿੰਗਸ ਫਰੋਮ ਅਦਰ ਕਾਈਂਡ ਆਫ ਮਾਰਕੀਟ, ਠੀਕ ਹੈ। ਭਾਵੇਂ ਸਾਨੂੰ ਵੀਕਲੀ ਮਾਰਕੀਟ ਦੇ ਵਿੱਚੋਂ ਕਾਫੀ ਸਮਾਨ ਮਿਲ ਜਾਂਦਾ, ਪਰ ਅਸੀਂ ਕੀ ਕਰਦੇ ਹਾਂ, ਕੁਝ ਇੱਦਾਂ ਦੀਆਂ ਆਈਟਮਸ ਨੇ, ਇੱਦਾਂ ਦੀਆਂ ਥਿੰਗਸ ਨੇ ਜਿਹੜੀਆਂ ਕਿ ਅਸੀਂ ਮਾਰਕੀਟ ਦੇ ਵਿੱਚੋਂ ਖਰੀਦਣਾ ਪਸੰਦ ਕਰਦੇ ਹਾਂ। ਦੇਅਰ ਆਰ ਮੈਨੀ ਸ਼ੋਪਸ ਦੈਟ ਸੈਲ ਗੁੱਡਸ ਐਂਡ ਸਰਵਿਸ
ਇਨ ਆਵਰ ਨੇਬਰਹੁਡਸ। ਇੱਦਾਂ ਦੀਆਂ ਆਪਣੇ ਗੁਆਂਢ ਦੇ ਵਿੱਚ ਨੇੜੇ ਤੇੜੇ ਇੱਦਾਂ ਦੀਆਂ ਸ਼ਾਪਸ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਜ਼ਰੂਰੀ ਜਿਹੜੀਆਂ ਸਮਾਨ ਆ ਵਸਤਾਂ ਉਹ ਖਰੀਦਣੇ, ਜਿਵੇਂ ਲਾਈਕ ਦੈਟ ਵੀ ਮੇ ਬਾਏ ਮਿਲਕ ਫਰੋਮ ਡੇਅਰੀ ਤੋਂ ਆਪਾਂ ਦੁੱਧ ਖਰੀਦਦੇ ਹਾਂ, ਗਰੋਸਰੀ ਫਰੋਮ ਡਿਪਾਰਟਮੈਂਟਲ ਸਟੋਰ, ਸਟੇਸ਼ਨਰੀ, ਈਟੇਬਲ, ਮੈਡੀਸਨ ਫਰੋਮ ਅਦਰ। ਠੀਕ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਉਹ ਵੀਕਲੀ ਮਾਰਕੀਟ ਦੀ ਬਜਾਏ ਆਪਾਂ ਨੇਬਰਹੁੱਡ ਦੀ ਜੋ ਆਪਣੇ ਨੇੜੇ ਨੇੜੇ ਦੇ ਦੁਕਾਨ ਨੇ ਉਹਨਾਂ ਤੋਂ ਖਰੀਦਣਾ ਪਸੰਦ ਕਰਦੇ ਹਾਂ ਮਾਰਕੀਟ ਦੇ ਵਿੱਚੋਂ। ਠੀਕ ਹੈ, ਨੈਕਸਟ ਚੱਲਦੇ ਹਾਂ। ਮੈਨੀ ਆਫ ਦੀਜ਼ ਆਰ ਪਰਮਾਨੈਂਟ ਸ਼ੋਪਸ ਵਾਈਲ ਅਦਰ ਆਰ ਰੋਡ ਸਾਈਡ ਸਟਾਲ ਸੱਚ ਐਜ਼ ਦੈਟ ਆਫ ਦਾ ਵੈਜੀਟੇਬਲ ਹਾਕਰਸ ਐਂਡ ਫਰੂਟ ਵੈਂਡਰਸ ਐਂਡ ਮਕੈਨਿਕ ਐਕਸਟਰਾ। ਦੇਖੋ ਇਸ ਦੇ ਵਿੱਚ ਕੀ ਆ, ਜਦੋਂ ਆਪਾਂ ਸ਼ਹਿਰ ਦੇ ਵਿੱਚ ਜਾਂਦੇ ਹਾਂ ਉੱਥੇ ਮੈਨੀ ਦੀਜ਼ ਆਰ ਪਰਮਾਨੈਂਟ ਸ਼ਾਪ ਨੇ, ਇਸ ਤੋਂ ਇਲਾਵਾ ਰੋਡ ਸਾਈਡ ਸਟਾਲ ਨੇ। ਠੀਕ ਹੈ, ਰੋਡ ਦੇ ਆਲੇ ਦੁਆਲੇ ਕੁਝ ਸਟਾਲ ਲਗਾਏ ਹੁੰਦੇ ਨੇ। ਠੀਕ ਹੈ, ਇਸ ਤੋਂ ਇਲਾਵਾ ਵੈਜੀਟੇਬਲ ਹੌਕਰ ਜਿਹੜੇ ਸਬਜ਼ੀਆਂ ਵੇਚਣ ਵਾਲੇ, ਫਰੂਟ ਵੇਚਣ ਵਾਲੇ, ਮਕੈਨਿਕ ਐਕਸੈਕਟਰਾ ਇੱਦਾਂ ਦੇ ਮਤਲਬ ਕਿ ਬਹੁਤ ਆਪਾਂ ਨੂੰ ਮਾਰਕੀਟ ਦੇ ਵਿੱਚ ਮਿਲ ਜਾਂਦੇ ਨੇ ਜੋ ਪਰਮਾਨੈਂਟਲੀ ਉੱਥੇ ਹੁੰਦੇ ਨੇ। ਠੀਕ ਹੈ, ਅੱਗੇ ਇੱਕ ਆਪਾਂ ਸਟੋਰੀ ਦੇਖ ਲੈਂਦੇ ਹਾਂ ਉੱਪਰ। ਠੀਕ ਹੈ, ਜੋ ਸੁਜਾਤਾ ਐਂਡ ਕਵਿਤਾ ਇਹਨਾਂ ਦੀ ਸਟੋਰੀ ਹੈ ਦੋ। ਇਹ ਕੀ ਆ, ਇਹੀ ਇੱਦਾਂ ਨਾਲ ਰਿਲੇਟਡ ਆਪਣੀ ਨੇਬਰਹੁੱਡ ਸ਼ਾਪ ਦੇ ਨਾਲ। ਇਹ ਇੱਕ ਨੇਬਰਹੁੱਡ ਗਰੋਸਰੀ ਦੇ ਵਿੱਚ ਜਾਂਦੇ ਨੇ, ਬਾਏ ਗਰੋਸਰੀ ਫਰੋਮ ਨੇਬਰਹੁੱਡ ਸ਼ਾਪ ਦੇ ਵਿੱਚੋਂ ਖਰੀਦਣ ਜਾਂਦੇ ਨੇ। ਉੱਥੇ ਕਾਫੀ ਭੀੜ ਆ। ਠੀਕ ਹੈ, ਇਹ ਉੱਥੇ ਇੱਕ ਲਿਸਟ ਦਿੰਦੇ ਆ ਉੱਥੋਂ ਹੈਲਪਰ ਨੂੰ। ਠੀਕ ਹੈ, ਲਿਸਟ 'ਤੇ ਜੋ ਮਤਲਬ ਕਿ ਇਹਨਾਂ ਨੇ ਸਮਾਨ ਲਿਜਾਣਾ ਹੁੰਦਾ। ਠੀਕ ਹੈ, ਉਹ ਲਿਸਟ ਦਿੰਦੇ ਆ ਹੈਲਪਰ ਨੂੰ, ਉਹ ਫਿਰ ਇਹਨਾਂ ਨੂੰ ਸਾਰਾ ਸਮਾਨ ਕੱਢ ਕੇ ਦਿੰਦਾ। ਠੀਕ ਹੈ, ਸੁਜਾਤਾ ਨੂੰ। ਠੀਕ ਹੈ, ਅਤੇ ਕਾਫੀ ਰਸ਼ ਹੁੰਦਾ ਉੱਥੇ। ਇਸ ਤੋਂ ਇਲਾਵਾ ਉਹ ਘੁੰਮ ਕੇ ਦੇਖਦੇ ਆ ਉੱਥੇ ਸ਼ਾਪ ਦੇ ਵਿੱਚ ਅਲੱਗ-ਅਲੱਗ ਪੋਰਸ਼ਨ ਦੇ ਵਿੱਚ ਵੀ ਕੀ ਅਲੱਗ-ਅਲੱਗ ਸ਼ੈਲਫਸ 'ਤੇ ਕੀ ਟੂਥਪੇਸਟ, ਪਾਊਡਰ, ਟੈਲਕਮ, ਸ਼ੈਂਪੂ, ਹੇਅਰ ਆਇਲ, ਇੱਦਾਂ ਸਾਰਾ ਕੁਛ ਦੇਖਦੇ ਆ ਕਿਹੜਾ ਉੱਥੇ ਰੱਖਿਆ ਹੋਇਆ। ਠੀਕ ਹੈ, ਇਸ ਤੋਂ ਬਾਅਦ ਇਟ ਟੁੱਕ ਆਲਮੋਸਟ 20 ਮਿੰਟਸ ਟੂ ਵੇ। ਠੀਕ ਹੈ, ਉਹ 20 ਮਿੰਟ ਉਹ ਉਹਨਾਂ ਦਾ ਵੇਟ ਕਰਨ ਲਈ ਜੋ ਵੀ ਉਹਨਾਂ ਨੇ ਖਰੀਦਿਆ ਹੈ ਸੁਜਾਤਾ ਐਂਡ ਕਵਿਤਾ ਨੇ। ਠੀਕ ਹੈ, ਜੋ ਵੀ ਆਈਟਮਸ ਖਰੀਦੀਆਂ ਨੇ ਉਹਨਾਂ ਦਾ ਵੇਟ ਕਰਨ ਨੂੰ ਉਹ 20 ਮਿੰਟਸ ਲੈਂਦੇ ਨੇ। ਫਿਰ ਜੋ ਸੁਜਾਤਾ ਹੈ ਉਹ ਆਪਣੀ ਇੱਕ ਸੋਡ ਹਰ ਨੋਟਬੁੱਕ, ਇੱਕ ਆਪਣੀ ਨੋਟਬੁੱਕ ਨਿਕਾਲਦੀ ਆ। ਉਹ ਉਸਨੂੰ ਇਸ ਵੂਮਨ ਨੂੰ, ਜੋ ਵੂਮਨ ਆ, ਠੀਕ ਹੈ, ਇਸ ਔਰਤ ਨੂੰ ਉਹ ਦਿਖਾਉਂਦੇ ਆ। ਫਿਰ ਉਹ ਨੋਟਬੁੱਕ 'ਤੇ ਕੀ ਕਰਦੀ ਆ 3000, ਠੀਕ ਹੈ, 3000 ਉਸ ਨੋਟਬੁੱਕ 'ਤੇ ਲਿਖ ਦਿੰਦੇ ਆ। ਠੀਕ ਹੈ, ਅਤੇ ਉਸ ਦੀ ਜਿਹੜੀ ਨੋਟਬੁੱਕ ਆ ਉਸਨੂੰ ਗਿਵ ਇਟ ਬੈਕ, ਉਸਨੂੰ ਵਾਪਸ ਕਰ ਦਿੰਦੇ ਕਿਸ ਨੂੰ, ਸੁਜਾਤਾ ਨੂੰ। ਠੀਕ ਹੈ, ਸ਼ੀ ਆਲਸੋ ਨੋਟਡ ਦਾ ਅਮਾਊਂਟ ਇਨ ਹਰ ਬਿਗ ਰਜਿਸਟਰ। ਜੋ ਲੇਡੀ ਹੈ, ਠੀਕ ਹੈ, ਦੁਕਾਨ 'ਤੇ, ਉਹ ਆਪਣੇ ਵੱਡੇ ਰਜਿਸਟਰ ਦੇ ਵਿੱਚ ਵੀ ਉਸਨੂੰ 3000 ਜੋ ਅਮਾਊਂਟ ਬਣੀ ਹੈ ਉਸ 'ਤੇ ਸਾਰੀ ਆਈਟਮਸ ਦੀ, ਸੌਦੇ ਦੀ, ਉਸਨੂੰ ਉਹ ਨੋਟ ਕਰ ਲੈਂਦੀ ਹੈ। ਅਤੇ ਬਾਅਦ ਦੇ ਵਿੱਚ ਕੀ ਆ, ਦੈਨ ਸੁਜਾਤਾ ਟੁੱਕ ਹੈਵੀ ਬੈਗ ਆਊਟ ਆਫ ਦਾ ਸ਼ਾਪ, ਹਰ ਫੈਮਲੀ ਵਿਲ ਪੇ ਫॉर ਦਾ ਪਰਚੇਜ ਇਨ ਫਸਟ ਵੀਕ ਆਫ ਨੈਕਸਟ ਮੰਥ। ਠੀਕ ਹੈ, ਸੁਜਾਤਾ ਉੱਥੋਂ ਆਪਣਾ ਸਮਾਨ ਦਾ ਬੈਗ ਭਰ ਕੇ ਆਪਣੇ ਘਰ ਨੂੰ ਚਲੀ ਜਾਂਦੀ ਆ। ਠੀਕ ਹੈ, ਅਤੇ ਜਿਹੜੀ ਉਸਦੀ ਫੈਮਿਲੀ ਆ ਉਹ ਇਹ ਸਾਰਾ ਕੁਛ ਜਿਹੜਾ 3000 ਰੁਪਇਆ ਹੈ ਉਹ ਫਸਟ ਵੀਕ ਨੈਕਸਟ ਮੰਥ, ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਨੂੰ ਉਹ ਇਹ 3000 ਰੁਪਇਆ ਇਸ ਦੁਕਾਨ ਵਾਲੇ ਨੂੰ ਦੇਣਗੇ। ਠੀਕ ਹੈ, ਇਹ ਇੱਕ ਹੋ ਗਈ ਸਟੋਰੀ। ਇਸ ਦੇ ਬਾਰੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਇਸ ਸਟੋਰੀ ਦਾ ਮਤਲਬ ਕੀ ਨਿਕਲਦਾ। ਦੇਖੋ ਇਸ ਦੇ ਵਿੱਚ ਇੱਕ ਹੈ ਵੀ ਜੋ ਵੀ ਆਪਣੇ ਜਾਣ ਪਛਾਣ ਵਾਲੇ ਨੇਬਰਹੁੱਡ ਦੇ ਵਿੱਚ ਜੋ ਵੀ ਆਪਣੇ ਦੁਕਾਨਦਾਰ ਹੁੰਦੇ ਨੇ ਉਹਨਾਂ ਨੂੰ ਆਪਾਂ ਜਾਣਦੇ ਹਾਂ। ਠੀਕ ਹੈ, ਉੱਥੋਂ ਇੱਦਾਂ ਹੀ ਸੁਜਾਤਾ ਜਾਂਦੀ ਹੈ, ਲਿਸਟ ਲੈ ਕੇ ਜਾਂਦੀ ਆ, ਸਮਾਨ ਲੈਂਦੀ ਆ, ਪੈਸੇ ਨਹੀਂ ਦਿੰਦੀ। ਉਹ ਆਪਣੀ ਇੱਕ ਨੋਟਬੁੱਕ ਰੱਖੀ ਹੁੰਦੀ ਆ, ਉਸ 'ਤੇ ਲਿਖਾ ਲੈਂਦੀ ਆ ਵੀ ਕਿੰਨੇ ਪੈਸੇ ਹੋ ਗਏ। ਉਹ ਲਿਖ ਦਿੰਦੇ ਨੇ ਵੀ 3000 ਦਾ ਸਮਾਨ ਹੋ ਗਿਆ, ਅਤੇ 3000 ਉਹ ਆਪਣੇ ਰਜਿਸਟਰ 'ਤੇ ਉਹ ਡੇਟ ਪਾ ਕੇ ਲਿਖ ਲੈਣਗੇ ਵੀ ਅੱਜ ਦੀ ਡੇਟ ਨੂੰ ਤੁਸੀਂ ਇੰਨਾ ਸਮਾਨ ਲੈ ਕੇ ਗਏ ਸੀ। ਅਤੇ ਉਹ ਆਪਣੀ ਨੋਟਬੁੱਕ ਵਾਪਸ ਲੈਂਦੀ ਆ ਅਤੇ ਉਹ ਆਪਣਾ ਸਮਾਨ ਲੈ ਕੇ ਵਾਪਸ ਘਰ ਚਲੀ ਜਾਂਦੀ ਹੈ। ਠੀਕ ਹੈ, ਇਸ ਤੋਂ ਇਲਾਵਾ ਆਪਾਂ ਜਿਹੜੇ ਆਹ ਨੇਬਰਹੁੱਡ ਆਪਣੀ ਸ਼ਾਪਸ ਨੇ ਇਹਨਾਂ ਦੇ ਆਪਾਂ ਨੂੰ ਫਾਇਦੇ ਹੀ ਨੇ, ਕਿਉਂਕਿ ਇਹਨਾਂ ਤੋਂ ਆਪਾਂ ਕ੍ਰੈਡਿਟ, ਠੀਕ ਹੈ, ਮਤਲਬ ਉਧਾਰ ਵੀ ਸਮਾਨ ਲੈ ਸਕਦੇ ਹਾਂ, ਕਿਉਂਕਿ ਉਹਨਾਂ ਨੂੰ ਕਹਿ ਦਿੰਦੇ ਆਪਾਂ ਵੀ ਪੈਸੇ ਤੁਹਾਨੂੰ ਫੇਰ ਦੇਵਾਂਗੇ, ਇਸ ਦੇ ਲਈ ਸਾਨੂੰ ਆਹ ਆਈਟਮ ਅੱਜ ਦੇ ਲਈ ਦੇ ਦਿਓ। ਠੀਕ ਹੈ, ਸਮ ਸ਼ੋਪ ਇਨ ਨੇਬਰਹੁੱਡ ਆਰ ਯੂਜ਼ਫੁਲ ਫॉर ਮਨੀ ਵੇ। ਠੀਕ ਹੈ, ਸਮ ਜਿਹੜੀਆਂ ਸ਼ੋਪਸ ਨੇ ਉਹ ਮੈਨੀ ਵੇਜ਼ ਨੇ, ਕਾਫੀ ਤਰੀਕਿਆਂ ਦੇ ਨਾਲ ਸਾਡੇ ਲਈ ਯੂਜ਼ਫੁਲ ਨੇ। ਦੇ ਆਰ ਨੀਅਰ ਆਵਰ ਹੋਮ ਐਂਡ ਵੀ ਕੈਨ ਗੋ ਦੇਅਰ ਔਨ ਐਨੀ ਡੇ ਆਫ ਦਾ ਵੀਕ। ਯੂਜ਼ਲੀ ਦਾ ਬਾਇਰ ਐਂਡ ਸੈਲਰ ਨੋ ਈਚ ਅਦਰ ਐਂਡ ਦੀਜ਼ ਸ਼ੋਪਸ ਆਲਸੋ ਪ੍ਰੋਵਾਈਡ ਗੁੱਡ ਔਨ ਕ੍ਰੈਡਿਟ। ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਸਕਿਆ ਵੀ ਇਹ ਇੱਥੇ ਕੀ ਆ, ਖਰੀਦਣ ਵਾਲੇ ਅਤੇ ਵੇਚਣ ਵਾਲੇ ਦੋਨੇ ਹੀ ਮਤਲਬ ਕਿ ਦੁਕਾਨਦਾਰ ਵੀ ਆ ਅਤੇ ਗ੍ਰਾਹਕ ਕੀ ਆ, ਇੱਕ ਦੂਜੇ ਨੂੰ ਜਾਣਦੇ ਨੇ। ਠੀਕ ਹੈ, ਤਾਂ ਕਰਕੇ ਉਹ
ਇੱਕ ਉਹ ਉਸ ਦੇ ਨਾਲ ਕ੍ਰੈਡਿਟ ਆਧਾਰ ਦੀਆਂ ਵੀ ਉਹ ਆਈਟਮ ਜਾਂ ਚੀਜ਼ਾਂ ਉਹਨਾਂ ਨੂੰ ਉਧਾਰ ਦੇ ਦਿੰਦੇ ਨੇ, ਠੀਕ ਹੈ। ਦਿਸ ਮੀਨ ਦੈਟ ਯੂ ਕੈਨ ਪੇ ਫॉर ਪਰਚੇਜ਼ ਲੇਟਰ। ਇਸ ਦਾ ਮਤਲਬ ਕੀ ਆ ਵੀ ਜੋ ਤੁਸੀਂ ਖਰੀਦਿਆ ਉਸ ਦੇ ਪੈਸੇ ਬਾਅਦ ਦੇ ਵਿੱਚ ਦੇ ਸਕਦੇ ਹੋ। ਐਜ਼ ਵੀ ਸਾ ਇਨ ਸੁਜਾਤਾ ਕੇਸ ਫॉर ਐਗਜ਼ਾਮਪਲ, ਉਹ ਕਹਿੰਦੇ ਤੁਸੀਂ ਸੁਜਾਤਾ ਦੇ ਕੇਸ ਦੇ ਵਿੱਚ ਐਗਜ਼ਾਮਪਲ ਦੇ ਤੌਰ 'ਤੇ ਇਸਨੂੰ ਮੰਨ ਸਕਦੇ ਹੋ ਵੀ ਜੋ ਵੀ ਆਈਟਮ ਆਪਾਂ ਖਰੀਦੀ ਹੈ ਉਸ ਦੇ ਪੈਸੇ ਆ ਜੋ ਤੁਸੀਂ ਬਾਅਦ ਦੇ ਵਿੱਚ ਦੇ ਸਕਦੇ ਹੋ। ਇਹ ਕਿ ਜਿਹੜੀ ਸ਼ਾਪਸ ਨੇ ਨੇਬਰਹੁੱਡ ਵਾਲੀਆਂ, ਇਹਨਾਂ ਦੀ ਇੱਕ ਬਹੁਤ ਵੱਡੀ ਐਡਵਾਂਟੇਜਸ ਆ, ਆਪਣੇ ਲਈ ਇਹਨਾਂ ਦਾ ਫਾਇਦਾ ਹੈ, ਠੀਕ ਹੈ। ਨੈਕਸਟ ਚੱਲਦੇ ਹਾਂ ਹੁਣ ਆਪਾਂ। You might have noticed that there are different kind of seller even in the neighborhood market. Some of them have permanent shops and others sell their goods on the ਰੋਡ ਸਾਈਡ। ਤੁਸੀਂ ਪਹਿਲਾਂ ਹੀ ਨੋਟਿਸ ਕੀਤਾ ਵੀ ਡਿਫਰੈਂਟ ਕਾਈਂਡਸ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਅਲੱਗ-ਅਲੱਗ ਕਿਸਮਾਂ ਨੇ। ਕੁਝ ਨੇਬਰਹੁੱਡ ਮਾਰਕੀਟ ਦੇ ਵਿੱਚ ਕੁਝ ਵੇਚਦੇ ਨੇ ਅਤੇ ਕੁਝ ਜਿਹੜੇ ਹੈਗੇ ਆ ਰੋਡ ਸਾਈਡ ਆਪਣਾ ਸਮਾਨ ਵੇਚਦੇ ਨੇ, ਠੀਕ ਹੈ। ਇਸ ਤਰ੍ਹਾਂ ਇਹ ਆਪਾਂ ਪਹਿਲਾਂ ਨੋਟਿਸ ਕਰ ਚੁੱਕੇ ਹਾਂ। ਇੱਕ ਇੱਥੇ ਐਗਜ਼ਾਮਪਲ ਆ ਉਹੀ ਜੋ ਗਰਲਸ ਦੇ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਕਵਿਤਾ ਐਂਡ ਸੁਜਾਤਾ ਦੇ ਬਾਰੇ, ਠੀਕ ਹੈ, ਜਿਨ੍ਹਾਂ ਨੇ ਨੇਬਰਹੁੱਡ ਦੁਕਾਨ ਦੇ ਵਿੱਚ ਉੱਪਰੋਂ ਸਮਾਨ ਖਰੀਦਿਆ ਸੀ, ਠੀਕ ਹੈ। ਹੁਣ ਉਹ ਇੱਕ ਮੌਲ ਦੇ ਵਿੱਚ ਗਈਆਂ ਨੇ। ਮੌਲ ਕੀ ਆ? 5 ਫਲੋਰ ਸ਼ਾਪਿੰਗ ਕੰਪਲੈਕਸ ਆ ਜਿਹਨੂੰ ਆਪਾਂ ਮੌਲ ਕਹਿ ਦਿੰਦੇ ਹਾਂ, ਠੀਕ ਹੈ। ਕਾਫੀ ਉਹਨਾਂ ਨੂੰ ਵਧੀਆ ਲੱਗਦਾ ਉੱਥੇ। ਉਹ ਲਿਫਟ ਦੇ ਵਿੱਚ ਜਾਂਦੀਆਂ ਨੇ, ਘੁੰਮਦੀਆਂ ਨੇ, ਠੀਕ ਆ। ਅਲੱਗ-ਅਲੱਗ ਆਈਟਮਸ ਦੇਖਦੇ ਆ ਉਹ, ਆਈਸਕ੍ਰੀਮ, ਬਰਗਰ, ਪੀਜ਼ਾ, ਠੀਕ ਆ, ਫੂਡ ਸ਼ਾਪਸ, ਇੱਦਾਂ ਸਾਰੀਆਂ ਸ਼ਾਪਸ ਦੇਖਦੀਆਂ ਨੇ ਉਹ। ਫੁੱਟਵੇਅਰ, ਲੈਦਰ ਆਈਟਮ ਐਜ਼ ਵੈਲ ਐਜ਼ ਬੁੱਕ ਸ਼ਾਪਸ, ਠੀਕ ਹੈ। ਇੱਦਾਂ ਸਾਰਾ ਕੁਛ ਉਹ ਸ਼ਾਪ ਦੇ ਵਿੱਚ ਦੇਖਦੀਆਂ ਨੇ। ਫਿਰ ਉਹ ਅੱਗੇ ਜਾ ਕੇ ਇੱਕ ਸ਼ਾਪ ਦੇ ਵਿੱਚ ਐਂਟਰ ਕਰਦੇ ਆ 3rd ਫਲੋਰ ਦੇ ਵਿੱਚ। ਉੱਥੇ ਕੀ ਆ, ਉਹਨਾਂ ਨੇ ਇੱਕ ਦੈਟ ਵਾਜ਼ ਸੈਲਿੰਗ ਬ੍ਰਾਂਡਡ ਰੈਡੀਮੇਡ ਕਲੋਥ। ਉੱਥੇ ਜੋ ਰੈਡੀਮੇਡ ਬ੍ਰਾਂਡਡ ਕੱਪੜੇ ਨੇ ਉਹ ਮਿਲਦੇ ਨੇ ਉਹ ਸ਼ਾਪ ਦੇ ਵਿੱਚ। ਉਹ ਜਦੋਂ ਸ਼ਾਪ ਦੇ ਵਿੱਚ ਐਂਟਰ ਹੋਣ ਲੱਗਦੇ ਜੇ ਇੱਕ ਗਾਰਡ ਖੜ੍ਹਾ ਹੈ, ਉਹਨਾਂ ਦੀ ਤਲਾਸ਼ੀ ਲੈਂਦਾ ਹੈ, ਫਿਰ ਉਹਨਾਂ ਨੂੰ ਉਹ ਅੱਗੇ ਜਾਣ ਦਿੰਦਾ ਹੈ, ਠੀਕ ਹੈ। ਇਸ ਤੋਂ ਬਾਅਦ ਉਹ ਜਦੋਂ ਅੰਦਰ ਜਾ ਕੇ ਸ਼ਾਪ ਦੇ ਵਿੱਚ ਡਰੈਸ ਦੇਖਦੀਆਂ, ਦੇ ਲੁੱਕਡ ਐਟ ਸਮ ਡਰੈਸਿਸ ਐਂਡ ਦੈਨ ਲੁੱਕ ਐਟ ਪ੍ਰਾਈਸ ਟੈਗ ਲੱਗਾ ਹੁੰਦਾ ਇੱਕ 3000 ਦਾ ਉੱਥੇ 3000, ਠੀਕ ਹੈ, ਜੋ ਇੱਕ ਡਰੈਸ ਦਾ ਰੇਟ ਹੈ ਉਸ ਨੂੰ ਦੇਖਦੇ ਆ ਉਹ। ਫਿਰ ਉਹਨਾਂ ਨੂੰ ਲੱਗਦਾ ਹੈ ਵੀ ਇਹ ਕਾਫੀ ਕੋਸਟਲੀ ਹੈ ਡਰੈਸ, ਠੀਕ ਹੈ। ਉਹ ਫਿਰ ਜਿਹੜੇ ਨੈਕਸਟ ਆ ਇੱਥੇ ਸੁਜਾਤਾ ਵਿਸਪਰਡ ਟੂ ਕਵਿਤਾ, ਜਿਹੜੀ ਸੁਜਾਤਾ ਉਸ ਦੇ ਕੰਨ ਦੇ ਵਿੱਚ ਕਹਿੰਦੀ ਹੈ ਕਵਿਤਾ ਦੇ, ਠੀਕ ਹੈ, ਆਈ ਵਿਲ ਟੇਕ ਯੂ ਟੂ ਅਨਦਰ ਸ਼ਾਪ ਵਿਚ ਹੈਜ਼ ਗੁੱਡ ਕੁਆਲਿਟੀ ਰੈਡੀਮੇਡ ਕਲੋਥ ਐਟ ਮੋਰ ਰੀਜ਼ਨੇਬਲ ਪ੍ਰਾਈਸ। ਉਹ ਕਹਿੰਦੇ ਆਪਾਂ ਕਿਸੇ ਹੋਰ ਦੁਕਾਨ ਦੇ ਵਿੱਚੋਂ ਆਪਾਂ ਇਸ ਚੀਜ਼ ਨੂੰ ਲੈ ਲਾਵਾਂਗੇ ਕਿਉਂਕਿ ਉੱਥੇ ਬਹੁਤ ਰੀਜ਼ਨੇਬਲ ਪ੍ਰਾਈਸ ਨੇ, ਮਤਲਬ ਬਹੁਤ ਘੱਟ ਰੇਟ ਦੇ ਉੱਪਰੋਂ ਇਹ ਚੀਜ਼ ਆਪਾਂ ਨੂੰ ਇਹ ਡਰੈਸ ਮਿਲ ਜਾਏਗੀ, ਠੀਕ ਹੈ। ਇਸ ਦੇ ਵਿੱਚ ਆਪਾਂ ਐਗਜ਼ਾਮਪਲ ਸੀਗੀ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿਉਂਕਿ ਪਹਿਲਾਂ ਆਪਾਂ ਦੇਖ ਚੁੱਕੇ ਹਾਂ ਜੋ ਨੇਬਰਹੁੱਡ ਸ਼ਾਪ ਤੋਂ ਇਹ ਕਿੰਨਾ ਸਮਾਨ ਖਰੀਦਦੇ ਆ। 3000 ਦਾ ਇਹਨਾਂ ਦਾ ਸਮਾਨ ਹੁੰਦਾ ਹੈ ਅਤੇ ਉਹਨੂੰ ਉਹ ਨੋਟ ਕਰਵਾਉਂਦੇ, ਪੈਸੇ ਵੀ ਨਹੀਂ ਦਿੰਦੇ, ਠੀਕ ਹੈ, ਅਤੇ ਨੋਟ ਕਰਵਾ ਕੇ ਆਪਣੀ ਨੋਟਬੁੱਕ 'ਤੇ ਚਲੇ ਜਾਂਦੇ ਕਿਉਂਕਿ ਉਹ ਬਾਅਦ ਦੇ ਵਿੱਚ ਪੇ ਕਰਦੇ ਆ। ਪਰ ਜਿਹੜਾ ਇੱਕ ਮੌਲ ਦੇ ਵਿੱਚ ਆ ਇੱਦਾਂ ਇਹਨਾਂ ਦੇ ਨਾਲ ਨਹੀਂ ਹੁੰਦਾ, ਠੀਕ ਹੈ। ਇੱਥੇ ਹਰ ਚੀਜ਼ ਕਾਫੀ ਕੋਸਟਲੀ ਹੁੰਦੀ ਆ, ਬ੍ਰਾਂਡਡ ਹੁੰਦੀ ਹੈ, ਅਤੇ ਉੱਥੇ ਜੋ ਇੱਕ ਗਾਰਡ ਆ ਉਹ ਹਰ ਇੱਕ ਨੂੰ ਚੈਕਿੰਗ ਕਰਕੇ ਅੰਦਰ ਐਂਟਰ ਹੋਣ ਦਿੰਦਾ ਹੈ, ਠੀਕ ਹੈ। ਇਸ ਦੇ ਬਾਰੇ ਵੀ ਤੁਸੀਂ ਇੱਥੇ ਪੜ੍ਹ ਸਕਦੇ ਹੋ, ਕੁਐਸਚਨ ਪੁੱਟ ਕੀਤਾ ਗਾ ਆਪਾਂ ਨੂੰ, ਠੀਕ। So far we have seen two kind of marketplace, weekly market and market in our neighborhood. There are other market in the urban area that have many shops, popularly called shopping complexes. ਦੇਖੋ ਇਸ ਦੇ ਵਿੱਚ ਕੀ ਆ, ਆਪਾਂ ਜਿਵੇਂ ਕਿ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਠੀਕ ਹੈ। ਆਪਾਂ ਦੋ ਤਰ੍ਹਾਂ ਦੀਆਂ ਮਾਰਕੀਟ ਦੇਖੀਆਂ ਨੇ, ਇੱਕ ਵੀਕਲੀ ਮਾਰਕੀਟ, ਦੂਸਰੀ ਨੇਬਰਹੁੱਡ ਦੇ ਵਿੱਚ। ਇੱਕ ਜਿਹੜੇ ਕਹਿੰਦੇ ਨੇ ਵੀ ਅਰਬਨ ਏਰੀਆ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਇਕੱਠੀਆਂ ਦੁਕਾਨਾਂ ਹੋਣ ਉਹਨਾਂ ਨੂੰ ਆਪਾਂ ਸ਼ਾਪਿੰਗ ਕੰਪਲੈਕਸ ਕਹਿ ਦਿੰਦੇ ਹਾਂ, ਠੀਕ ਹੈ, ਜਿਹਨੂੰ ਮੌਲ ਵੀ ਕਹਿ ਦਿੰਦੇ ਦੀਜ਼ ਡੇ, ਠੀਕ ਹੈ। ਇਨ ਮੈਨੀ ਅਰਬਨ ਏਰੀਆ have large multi-storied air-conditioned building with shops on different floor known as mall. ਉਹ ਕਹਿੰਦੇ ਸ਼ਹਿਰਾਂ ਦੇ ਵਿੱਚ, ਸਿਟੀਜ਼ ਦੇ ਵਿੱਚ ਮਲਟੀ ਸਟੋਰੇਡ ਮਤਲਬ 2-3 ਮੰਜ਼ਿਲਾਂ ਇੱਦਾਂ ਦੀਆਂ, ਠੀਕ ਹੈ, ਮਲਟੀ ਸਟੋਰੇਜ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ, ਏਅਰ ਕੰਡੀਸ਼ਨ ਹੁੰਦੀਆਂ ਨੇ, AC ਵਾਲੀਆਂ ਦੁਕਾਨਾਂ ਹੁੰਦੀਆਂ ਨੇ ਉਹ ਸਾਰੀਆਂ, ਠੀਕ ਆ। ਇੱਦਾਂ ਦੇ ਮੌਲ ਬਣੇ ਹੁੰਦੇ ਨੇ, ਉਹਨਾਂ ਨੂੰ ਆਪਾਂ ਮੌਲ ਕਹਿ ਦਿੰਦੇ ਹਾਂ ਸਾਰਿਆਂ ਨੂੰ ਕੰਬਾਈਨਡ ਦੇ ਵਿੱਚ। ਇਨ ਦੀਜ਼ ਅਰਬਨ ਮਾਰਕੀਟਸ ਯੂ ਗੈਟ ਬੋਥ ਬ੍ਰਾਂਡਡ ਐਂਡ ਨੋਨ ਬ੍ਰਾਂਡਡ ਗੁੱਡਸ। ਇਹਨਾਂ ਜਿਹੜੀਆਂ ਮੌਲਸ ਨੇ, ਠੀਕ ਹੈ, ਇਹਨਾਂ ਤੋਂ ਤੁਸੀਂ ਬ੍ਰਾਂਡਡ ਕੱਪੜੇ ਜਾਂ ਕੁਛ ਵੀ ਬ੍ਰਾਂਡਡ ਆਈਟਮਸ ਜਾਂ ਨੋਨ ਬ੍ਰਾਂਡਡ ਆਈਟਮ ਉਹ ਤੁਸੀਂ ਖਰੀਦ ਸਕਦੇ ਹੋ, ਠੀਕ ਹੈ। ਇਸ ਤੋਂ ਇਲਾਵਾ branded goods are expensive, often promoted by advertising and claim of better quality. The company producing these products sell them through shop in large urban market at times. ਦੇਖੋ ਜਿਹੜੇ branded goods ਹੁੰਦੀਆਂ ਨੇ,
ਠੀਕ ਹੈ। ਕੁਛ ਉਹ ਕੀ ਆ ਕਾਫੀ ਐਕਸਪੈਂਸਿਵ ਹੁੰਦੀਆਂ, ਮਹਿੰਗੀਆਂ ਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਐਡਵਰਟਾਈਜ਼ਮੈਂਟ ਮਤਲਬ ਐਡ ਦੇ ਥਰੂ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ, ਉਹਨਾਂ ਦੀ ਬੈਟਰ ਕੁਆਲਿਟੀ ਦੱਸੀ ਜਾਂਦੀ ਹੈ ਐਡ ਦੇ ਥਰੂ, ਠੀਕ ਹੈ। ਕੋਈ ਵੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਵੀ ਆਹ ਚੀਜ਼ ਬਹੁਤ ਵਧੀਆ ਪ੍ਰੋਡਕਟ ਆ, ਬਾਰ-ਬਾਰ ਐਡ ਆਉਂਦੀ ਹੈ TV ਦੇ ਵਿੱਚ, ਨਿਊਜ਼ ਦੇ ਵਿੱਚ, ਠੀਕ ਹੈ, ਨਿਊਜ਼ਪੇਪਰ ਦੇ ਵਿੱਚ, ਇੱਦਾਂ ਕਰਕੇ ਉਹ ਕੋਸਟਲੀ ਹੁੰਦੇ ਆ, ਐਕਸਪੈਂਸਿਵ ਹੁੰਦੇ ਆ, ਠੀਕ ਹੈ। ਉਹ ਇੱਦਾਂ ਦੇ ਮਾਲ ਦੇ ਵਿੱਚ, ਅਰਬਨ ਮਾਰਕੀਟ ਦੇ ਵਿੱਚ ਮਿਲਦੀਆਂ ਨੇ ਇਹਨਾਂ ਦੇ ਬ੍ਰਾਂਡਡ ਜਿਹੜੇ ਸ਼ਾਪਸ ਹੁੰਦੇ ਨੇ, ਠੀਕ ਹੈ। ਇਸ ਤੋਂ ਇਲਾਵਾ ਇਹਨਾਂ ਦੇ ਸਪੈਸ਼ਲ ਸ਼ੋਰੂਮ ਹੁੰਦੇ ਨੇ, ਠੀਕ ਹੈ, ਐਜ਼ ਕੰਪੇਅਰ ਟੂ ਨੋਨ ਬ੍ਰਾਂਡਡ ਗੁੱਡਸ ਫਿਊਰ ਪੀਪਲ ਕੈਨ ਅਫੋਰਡ ਟੂ ਬਾਏ ਬ੍ਰਾਂਡਡ ਵਨਸ, ਠੀਕ ਹੈ। ਆਪਾਂ ਜੇਕਰ ਕੰਪੇਅਰ ਕਰੀਏ, ਇਹਨਾਂ ਨੂੰ ਕੰਪੈਰੀਜ਼ਨ ਕਰੀਏ ਬ੍ਰਾਂਡਡ ਅਤੇ ਨੋਨ ਬ੍ਰਾਂਡਡ ਚੀਜ਼ਾਂ ਦਾ, ਜਿਹੜੇ ਬ੍ਰਾਂਡਡ ਨੇ ਉਹ ਉਹਨਾਂ ਆਈਟਮਾਂ ਨੂੰ ਬਹੁਤ ਥੋੜ੍ਹੇ ਜਿਹੜੇ ਪਰਸਨ ਨੇ ਉਹ ਖਰੀਦਦੇ ਨੇ ਇਹਨਾਂ ਨੂੰ, ਠੀਕ ਹੈ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਬਾਕੀ ਆਮ ਲੋਕ ਇਹਨਾਂ ਨੂੰ, ਠੀਕ ਹੈ। ਇੱਕ ਤੁਸੀਂ ਇਸ ਦੇ ਬਾਰੇ ਨੈਕਸਟ ਆਪਾਂ ਤੁਸੀਂ ਇਸ ਨੂੰ ਦੇਖਣਾ ਹੈ, ਵਾਈ ਡੂ ਪੀਪਲ ਨਾਟ ਬਾਰਗੇਨ ਇਨ ਸ਼ਾਪ ਲੋਕੇਟਡ ਇਨ ਮਾਲ ਵੇਅਰ ਐਜ਼ ਦੇ ਬਾਰਗੇਨ ਇਨ ਵੀਕਲੀ ਮਾਰਕੀਟ। ਜਿਹੜੇ ਲੋਕ ਨੇ ਉਹ ਮਾਲ ਦੇ ਵਿੱਚ ਜਾ ਕੇ ਬਾਰਗੇਨ ਕਿਉਂ ਨਹੀਂ ਕਰਦੇ, ਜਿਹੜੇ ਕਿ ਕਿਸੇ ਵੀਕਲੀ ਮਾਰਕੀਟ ਦੇ ਨਾਲ ਬਾਰਗੇਨਿੰਗ ਕਰਦੇ ਆ ਵੀ ਸਾਨੂੰ ਇਹ ਚੀਜ਼ ਮਹਿੰਗੀ ਲੱਗਦੀ ਹੈ, ਤੁਸੀਂ ਘੱਟ ਕਰ ਲਓ, ਪਰ ਆਪਾਂ ਮਾਲ ਦੇ ਵਿੱਚ ਉਹ ਜੋ ਜਿੰਨਾ ਉਸ ਦਾ ਟੈਗ ਰੇਟ ਹੋਵੇਗਾ ਆਪਾਂ ਓਨਾ ਹੀ ਖਰੀਦਦੇ ਹਾਂ, ਜਾਂ ਫਿਰ ਉਸ ਨੂੰ ਘਟਾਉਣ ਲਈ ਨਹੀਂ ਬੋਲਦੇ। ਇਸ ਦੇ ਬਾਰੇ ਤੁਸੀਂ ਖੁਦ ਡਿਸਕਸ਼ਨ ਕਰਨੀ ਹੈ, ਠੀਕ ਹੈ। ਨੈਕਸਟ ਹੈ ਆਪਣਾ ਪਾਰਟ ਚੇਨ ਆਫ ਮਾਰਕੀਟਸ, ਠੀਕ ਹੈ। ਚੇਨ ਆਫ ਮਾਰਕੀਟਸ ਦੇ ਵਿੱਚ ਪੜ੍ਹਨਾ ਵੀ ਇੱਕ ਜੋ ਮਾਰਕੀਟ ਦੀ ਚੇਨ ਹੈ, ਲੜੀ ਦੀ ਤਰ੍ਹਾਂ, ਠੀਕ ਹੈ, ਕਿਵੇਂ ਕਨੈਕਟ ਹੋ ਰਹੀ ਹੈ ਇੱਕ ਦੂਜੇ ਦੇ ਨਾਲ, ਉਸ ਦੇ ਬਾਰੇ ਆਪਾਂ ਇਸ ਦੇ ਵਿੱਚ ਪੜ੍ਹਾਂਗੇ। In the previous section, you have read about different market from where we buy goods. ਆਪਾਂ ਜਿਹੜੇ previous section ਆ ਉਹਨਾਂ ਵਿੱਚ ਪੜ੍ਹ ਚੁੱਕੇ ਹਾਂ ਜਿਹੜੀਆਂ ਡਿਫਰੈਂਟਸ ਆਪਣੇ ਮਾਰਕੀਟ ਨੇ। ਹੁਣ ਆਪਾਂ ਪੜ੍ਹਾਂਗੇ, ਠੀਕ ਹੈ, ਜੋ ਵੀ ਇੱਦਾਂ ਦੇ ਪ੍ਰੋਡਕਟ ਜੋ ਗੁੱਡਸ ਨੇ, ਵੀ ਜੋ ਵੀ ਸਮਾਨ ਆ ਇਹ ਕਿੱਥੋਂ ਆਉਂਦਾ, ਠੀਕ ਹੈ। ਇਹ ਜੋ ਸਮਾਨ ਆ, ਠੀਕ ਹੈ, ਇਹ ਗੁੱਡਸ ਆਰ ਪ੍ਰੋਡਿਊਸ ਇਨ ਫੈਕਟਰੀ, ਇਹ ਫੈਕਟਰੀਜ਼ ਦੇ ਵਿੱਚ ਬਣਦਾ ਜਾਂ ਫਿਰ ਫਾਰਮ ਦੇ ਵਿੱਚ ਜਾਂ ਫਿਰ ਕਿਸੇ ਦੇ ਘਰ ਵਿੱਚ ਬਣਦਾ, ਠੀਕ ਹੈ। ਇਸ ਨੂੰ ਆਪਾਂ ਡਾਇਰੈਕਟਲੀ ਨਹੀਂ ਖਰੀਦ ਸਕਦੇ, ਵੀ ਡੋਂਟ ਬਾਏ ਡਾਇਰੈਕਟਲੀ, ਇਸ ਨੂੰ ਆਪਾਂ ਸਿੱਧੇ ਤੌਰ 'ਤੇ ਨਹੀਂ ਉੱਥੇ ਖਰੀਦਦੇ ਜਾ ਕੇ, ਠੀਕ ਹੈ। ਨਾ ਹੀ ਜਿਹੜੇ ਆ ਪ੍ਰੋਡਿਊਸਰ ਨੇ, ਮਤਲਬ ਵਸਤੂਆਂ ਕੋਈ ਵੀ ਗੁੱਡਸ ਬਣਾਉਣ ਵਾਲੇ ਨੇ, ਠੀਕ ਹੈ, ਉਹ ਵੀ ਇੰਟਰਸਟਡ ਇਨ ਸੈਲਿੰਗ ਅ ਸਮਾਲ ਕੁਆਂਟਿਟੀ, ਠੀਕ ਹੈ। ਨਾ ਹੀ ਉਹ ਥੋੜ੍ਹੀ ਮਾਤਰਾ ਦੇ ਵਿੱਚ ਜੇ ਆਪਾਂ ਸਮਾਨ ਖਰੀਦਣਾ ਹੋਵੇ, ਨਾ ਹੀ ਉਹ ਵੇਚ ਕੇ ਰਾਜੀ ਆਪਾਂ ਨੂੰ ਇੰਟਰਸਟ ਨਹੀਂ ਰੱਖਦੇ ਇਸ ਦੇ ਵਿੱਚ। ਲਾਈਕ ਦੈਟ, ਜਿਵੇਂ ਸੱਚ ਐਜ਼ ਇਸ ਦੇ ਵਿੱਚ ਲਿਖਿਆ 1 ਕਿਲੋ ਆਫ ਵੈਜੀਟੇਬਲ ਔਰ 1 ਪਲਾਸਟਿਕ ਮੱਗ। ਜੇ ਆਪਾਂ ਕੋਈ ਫਾਰਮ ਤੋਂ ਜਾਂ ਫੈਕਟਰੀ ਤੋਂ ਕੁਛ ਆਪਾਂ 1 ਕਿਲੋ ਵੈਜੀਟੇਬਲ ਲੈਣੀ ਹੋਵੇ ਜਾਂ ਇੱਕ ਸਿੰਗਲ ਪਲਾਸਟਿਕ ਮੱਗ ਖਰੀਦਣਾ ਹੋਵੇ ਤਾਂ ਉਹ ਇੰਟਰਸਟ ਨਹੀਂ ਰੱਖਦੇ ਇਸ ਦੇ ਵਿੱਚ, ਇੱਦਾਂ ਨਹੀਂ ਵੇਚਦੇ ਉਹ ਆਪਾਂ ਨੂੰ। ਇਸ ਦੇ ਬਾਰੇ ਆਪਾਂ ਪੜ੍ਹਾਂਗੇ ਨੈਕਸਟ, ਠੀਕ ਹੈ, ਵੀ ਕਿਵੇਂ ਆਹ ਇੱਕ ਚੇਨ ਜੋ ਮਾਰਕੀਟ ਚੇਨ ਆ ਬਣਦੀ ਆ। The people between the producer and the final consumer are the trader। ਜੋ ਵੀ ਪ੍ਰੋਡਿਊਸਰ ਜੋ ਵੀ ਚੀਜ਼ ਬਣਾਉਣ ਵਾਲੇ ਫੈਕਟਰੀਜ਼ ਨੇ, ਠੀਕ ਆ, ਜਾਂ ਕੰਜ਼ਿਊਮਰ ਨੇ, ਆਪਾਂ ਚੀਜ਼ਾਂ ਖਰੀਦਣ ਵਾਲੇ ਨੇ, ਇਹਨਾਂ ਦੇ ਵਿੱਚ ਜੋ ਪਰਸਨ ਆਉਂਦੇ ਨੇ ਉਹਨਾਂ ਨੂੰ ਆਪਾਂ ਟਰੇਡਰ ਕਹਿ ਦਿੰਦੇ ਹਾਂ, ਠੀਕ ਆ। ਫੋਰ ਐਗਜ਼ਾਮਪਲ ਬਾਈ ਦਾ ਵੇ, ਇੱਦਾਂ ਇੱਕ ਫੈਕਟਰੀ ਦੇ ਵਿੱਚ ਕੋਈ ਆਈਟਮ ਤਿਆਰ ਹੁੰਦੀ ਆ, ਠੀਕ ਆ, ਉਸ ਤੋਂ ਬਾਅਦ ਫੈਕਟਰੀ ਤੋਂ ਕੌਣ ਖਰੀਦਦਾ ਉਸਨੂੰ, ਟਰੇਡਰ, ਠੀਕ ਹੈ। ਟਰੇਡਰ ਕੋਲ ਆ ਜਾਂਦੇ, ਜਿਸ ਨੂੰ ਆਪਾਂ ਟਰੇਡਰ ਨੂੰ ਆਪਾਂ ਰੀਪ੍ਰਜੈਂਟ ਕਰਾਂਗੇ T ਦੇ ਨਾਲ, ਇਸ ਨੂੰ F ਦੇ ਨਾਲ। ਫਿਰ ਉਸ ਤੋਂ ਟਰੇਡਰ ਤੋਂ ਬਾਅਦ ਕੁਛ ਜਿਹੜੇ ਛੋਟੇ ਟਰੇਡਰ ਨੇ, ਛੋਟੀਆਂ ਦੁਕਾਨਾਂ ਵਾਲੇ, ਉਹ ਖਰੀਦ ਲੈਂਦੇ ਨੇ, ਠੀਕ ਹੈ। ਇਹਨਾਂ ਨੂੰ ਆਪਾਂ ਰਿਟੇਲਰ ਕਹਿੰਦੇ ਹਾਂ, ਆਰ ਰੀਪ੍ਰਜੈਂਟ ਕਰ ਦਿੰਦੇ ਹਾਂ। ਅਤੇ ਲਾਸਟ ਦੇ ਵਿੱਚ ਆਪਾਂ ਹੈਗੇ ਹਾਂ ਕੰਜ਼ਿਊਮਰ, C। ਇੱਦਾਂ ਜੋ ਇੱਕ ਪ੍ਰੋਡਕਟ ਬਣਦਾ ਏ, ਠੀਕ ਆ, ਚੱਲ ਕੇ ਆਪਣੇ ਤੱਕ ਆਉਂਦਾ, ਇਸ ਨੂੰ ਸਾਰੇ ਨੂੰ ਆਪਾਂ ਮਾਰਕੀਟ ਚੇਨ ਦੇ ਵਿੱਚ ਅੰਡਰ ਲਿਆ ਨੇ। ਫੈਕਟਰੀ ਤੋਂ ਬਣਦਾ ਏ, ਫਿਰ ਉਸ ਨੂੰ ਟਰੇਡਰ ਖਰੀਦਣੇ, ਵੱਡੇ ਵਪਾਰੀ ਖਰੀਦਣੇ ਨੇ, ਫਿਰ ਛੋਟੇ ਵਪਾਰੀ ਖਰੀਦਦੇ ਆ ਇਹਨਾਂ ਤੋਂ, ਟਰੇਡਰ ਤੋਂ, ਫਿਰ ਆ ਛੋਟੇ ਵਪਾਰੀਆਂ ਤੋਂ ਆਪਾਂ ਕੰਜ਼ਿਊਮਰ ਤੱਕ ਇਹ ਚੀਜ਼ ਪਹੁੰਚਦੀ ਹੈ, ਜੋ ਗੁੱਡਸ ਪਹੁੰਚਦੀ ਹੈ, ਇਸ ਨੂੰ ਆਪਾਂ ਚੇਨ ਮਾਰਕੀਟ ਦੇ ਵਿੱਚ ਲੈ ਆਉਂਦੇ ਹਾਂ, ਠੀਕ ਹੈ। ਇਸ ਦੇ ਵਿੱਚ ਸਾਰਾ ਇਸ ਪੈਰਾ ਦੇ ਵਿੱਚ ਇਸ ਨੂੰ ਐਕਸਪਲੇਨ ਕੀਤਾ ਹੈ, ਜੋ ਮੈਂ ਤੁਹਾਨੂੰ ਇਹ ਫਿਗਰ ਦੇ ਥਰੂ ਸਮਝਾਇਆ ਹੈ। ਨੈਕਸਟ ਚੱਲਦੇ ਹਾਂ ਫੋਰ ਐਗਜ਼ਾਮਪਲ ਦੇ ਤੌਰ 'ਤੇ ਆਪਾਂ, ਠੀਕ ਆ। ਉਹ ਕਹਿੰਦੇ ਐਗਜ਼ਾਮਪਲ ਦੇ ਤੌਰ 'ਤੇ ਦਾ ਵੈਜੀਟੇਬਲ ਹੋਲਸੇਲ ਟਰੇਡਰ, ਹੋਲਸੇਲ ਮਤਲਬ ਥੋਕ ਵਿਕਰੇਤਾ, ਠੀਕ ਹੈ, ਜਿਹੜੇ ਨੇ ਉਹ ਵਿਲ ਨਾਟ ਬਾਏ, ਉਹ ਕੁਛ ਕਿਲੋਆਂ ਦੇ ਵਿੱਚ ਚੀਜ਼ਾਂ ਨਹੀਂ ਖਰੀਦਦੇ, ਉਹ ਵੱਡੀ ਮਾਤਰਾ ਵਿੱਚ ਲਾਰਜ ਕੁਆਂਟਿਟੀ ਦੇ ਵਿੱਚ ਆਈਟਮ ਜਾਂ ਵੈਜੀਟੇਬਲ ਖਰੀਦਦੇ ਨੇ, ਜਿਵੇਂ 25 ਤੋਂ 100 ਕਿਲੋ ਤੱਕ ਉਹ, ਜਾਂ ਇਸ ਤੋਂ ਵੀ
ਕੁਇੰਟਲ ਦੇ ਵਿੱਚ ਵੀ ਉਹ ਚੀਜ਼ਾਂ ਖਰੀਦਦੇ ਨੇ। ਫਿਰ ਅੱਗੇ ਉਹ ਛੋਟੇ ਦੂਰ ਦੂਰ ਦੇ ਜਗ੍ਹਾ ਦੇ ਵਿੱਚ ਰੀਚ ਫਾਰ ਅਵੇ ਪਲੇਸਿਸ, ਠੀਕ ਹੈ, ਉਹ ਜਾਂ ਕਸਟਮਰ ਤੱਕ ਕੰਜ਼ਿਊਮਰ ਤੱਕ ਪਹੁੰਚਦੀਆਂ ਕਰਦੇ ਨੇ। ਜਿਹੜੇ ਵੀ ਆਹ ਆਪਾਂ ਜਿਨ੍ਹਾਂ ਤੋਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਛੋਟੀਆਂ ਦੁਕਾਨਾਂ ਤੋਂ ਆਪਾਂ ਆਈਟਮਸ ਖਰੀਦਦੇ ਹਾਂ ਉਹਨਾਂ ਨੂੰ ਆਪਾਂ ਰਿਟੇਲਰ ਕਹਿ ਦਿੰਦੇ ਹਾਂ, ਜਿਨ੍ਹਾਂ ਨੂੰ ਆਪਾਂ ਕਰਿਆਨੇ ਵਾਲੇ ਵੀ ਕਹਿ ਸਕਦੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਵੀ ਕੈਨ ਅੰਡਰਸਟੈਂਡ ਦਿਸ ਵਿਦ ਦਾ ਹੈਲਪ ਆਫ ਫੋਲੋਇੰਗ ਐਗਜ਼ਾਮਪਲ। ਇਸ ਨੂੰ ਆਪਾਂ ਹੋਰ ਨੀਚੇ ਦਿੱਤੀ ਜੋ ਐਗਜ਼ਾਮਪਲ ਨੇ ਇਹਨਾਂ ਦੇ ਥਰੂ ਸਮਝ ਸਕਦੇ ਹਾਂ। ਐਵਰੀ ਸਿਟੀ ਹੈਜ਼ ਏਰੀਆ ਆਫ ਹੋਲਸੇਲ ਮਾਰਕੀਟ, ਠੀਕ ਹੈ। ਦਿਸ ਇਜ਼ ਵੇਅਰ ਗੁੱਡ ਫਸਟ ਰੀਚ ਐਂਡ ਆਰ ਦੈਨ ਸਪਲਾਈ ਟੂ ਦਾ ਅਦਰ ਟਰੇਡਰ। ਇੱਕ ਹੋਲਸੇਲ ਮਾਰਕੀਟ ਹੁੰਦੀ ਆ, ਮਤਲਬ ਜਿਵੇਂ ਆਪਾਂ ਵੱਡੇ ਵਪਾਰੀ, ਠੀਕ ਹੈ, ਜੋ ਆਪਾਂ ਫੈਕਟਰੀ ਤੋਂ ਸਿੱਧਾ ਜੋ ਸਮਾਨ ਉਹਨਾਂ ਕੋਲ ਆਉਂਦਾ ਹੋਲਸੇਲ ਮਾਰਕੀਟ ਦੇ ਵਿੱਚ ਆ ਜਾਂਦਾ। ਫਿਰ ਵੇਅਰ ਗੁੱਡ ਫਸਟ ਰੀਚ, ਜਿੱਥੇ ਉਹਨਾਂ ਕੋਲ ਇਹ ਜਿਹੜੀਆਂ ਚੀਜ਼ਾਂ ਨੇ ਪਹਿਲੀ ਵਾਰ ਪਹੁੰਚਦੀਆਂ ਨੇ। ਦੈਨ ਸਪਲਾਈਡ ਟੂ ਅਦਰ ਟਰੇਡਰ, ਫਿਰ ਉਹ ਅਦਰ ਜਿਹੜੇ ਛੋਟੇ ਵਪਾਰੀ ਨੇ ਜਾਂ ਹੋਰ ਵਪਾਰੀ ਨੇ ਉਹਨਾਂ ਨੂੰ ਵੇਚ ਦਿੰਦੇ। ਇਸ ਤੋਂ ਇਲਾਵਾ ਉਹ ਕਿਹਨਾਂ ਨੂੰ ਸਮਾਨ ਵੇਚਦੇ, ਆਪਣਾ ਰੋਡ ਸਾਈਡ ਹਾਕਰ ਨੇ ਜਿਹੜੇ ਰਸਤੇ ਦੇ ਵਿੱਚ ਰੇਹੜੀਆਂ ਜਾਂ ਸਟਾਲ ਲਗਾਉਂਦੇ ਨੇ, ਇੱਦਾਂ ਉਹ ਸਾਰੇ ਉਹਨਾਂ ਤੋਂ ਖਰੀਦ ਲੈਂਦੇ ਨੇ। ਫਿਰ ਇਹ ਸਾਰੇ ਲਾਰਜ ਕੁਆਂਟਿਟੀ ਦੇ ਵਿੱਚ ਪਲਾਸਟਿਕ ਆਈਟਮ ਹੋਲਸੇਲ ਟਰੇਡਰ ਇਨ ਟਾਊਨ ਹੀ ਟਰਨ ਮਾਈਟ ਹੈਵ ਆਊਟ these from another even bigger wholesaler trader in city। ਇੱਦਾਂ ਇੱਕ ਵੱਡੇ ਹੋਲਸੇਲਰ ਤੋਂ ਬਾਅਦ ਦੇ ਵਿੱਚ ਚਾਹੇ ਉਹ ਨਿੱਕੀ ਦੁਕਾਨ ਵਾਲਾ ਕੋਈ ਵਪਾਰੀ ਹੈ, ਠੀਕ ਹੈ, ਜਾਂ ਫਿਰ ਰੇਹੜੀ ਲਾਉਣ ਵਾਲਾ ਪਰਸਨ ਆ, ਸਟਾਲ ਲਾਉਣ ਵਾਲਾ ਪਰਸਨ ਆ, ਉਹ ਸਾਰੇ ਇੱਦਾਂ ਖਰੀਦ ਕੇ ਫਿਰ ਸਾਰੀ ਸਿਟੀ ਦੇ ਵਿੱਚ ਉਹ ਜਿਹੜੀ ਆਈਟਮਸ ਨੇ, ਗੁੱਡਸ ਨੇ, ਉਹ ਅੱਗੇ ਵੇਚੀਆਂ ਜਾਂਦੀਆਂ ਨੇ, ਜਿਹੜੀਆਂ ਫਿਰ ਆਪਣੇ ਘਰ ਤੱਕ ਉਹ ਚੀਜ਼ਾਂ ਪਹੁੰਚ ਜਾਂਦੀਆਂ ਨੇ, ਠੀਕ ਹੈ। ਇੱਥੇ ਇੱਕ ਮੈਪ ਦੇ ਉੱਪਰ ਦਿੱਲੀ ਦਾ ਮੈਪ ਹੈ, ਇਸ ਦੇ ਵਿੱਚ ਹੋਲਸੇਲ ਦੀ ਜਿੱਥੇ ਜ਼ਿਆਦਾ ਵੱਡੀਆਂ ਦੁਕਾਨਾਂ ਨੇ 4 ਪੁਆਇੰਟ ਕੀਤੀਆਂ ਹੋਈਆਂ ਨੇ। ਇਹਨਾਂ ਨੂੰ ਤੁਸੀਂ ਦੇਖ ਲਓ ਜਿੱਥੇ ਇੱਦਾਂ ਹੋਲਸੇਲ ਦਾ ਸਮਾਨ ਮਿਲਦਾ। ਆਪਾਂ ਨਹੀਂ ਕਹਿ ਦਿੰਦੇ ਹੁੰਦੇ ਵੀ ਹੋਲਸੇਲ ਦਾ ਜੋ ਸਮਾਨ ਜਿੱਥੋਂ ਆਪਾਂ ਡਾਇਰੈਕਟ ਜਿੱਥੇ ਜ਼ਿਆਦਾ ਕੁਆਂਟਿਟੀ ਵਿੱਚ ਸਮਾਨ ਮਿਲਦਾ ਹੋਵੇ ਉੱਥੋਂ ਜੇ ਆਪਾਂ ਲਈਏ, ਜ਼ਿਆਦਾ ਮਾਤਰਾ ਵਿੱਚ ਸਮਾਨ ਲਈਏ ਤਾਂ ਆਪਾਂ ਨੂੰ ਸਸਤਾ ਮਿਲਦਾ ਹੈ, ਠੀਕ ਹੈ, ਕਿਉਂਕਿ ਉਹ ਇੱਕ ਚੇਨ ਮਾਰਕੀਟ ਦਾ ਹਿੱਸਾ, ਠੀਕ ਹੈ। ਨੈਕਸਟ ਚੱਲਦੇ ਹਾਂ ਆਪਾਂ। Wholesale trader would have bought a large quantity of plastic item from the factory and stored them in godown, ਠੀਕ ਹੈ। ਕੁਛ ਵੀ ਜਿਹੜੇ ਫੈਕਟਰੀ ਤੋਂ ਹੋਲਸੇਲ ਜਿਹੜੇ ਟਰੇਡਰ ਨੇ ਉਹ ਸਮਾਨ ਖਰੀਦਦੇ ਆ ਲਾਈਕ ਦੈਟ ਪਲਾਸਟਿਕ ਆਈਟਮ, ਠੀਕ ਹੈ, ਫਿਰ ਉਹ ਆਪਣੇ ਗੋਡਾਊਨ ਦੇ ਵਿੱਚ, ਆਪਣੇ ਗੋਦਾਮ ਦੇ ਵਿੱਚ ਉਹਨੂੰ ਸਟੋਰ ਕਰ ਲੈਂਦੇ ਆ। ਫਿਰ ਉਹ ਇਨ ਦਿਸ ਵੇ ਦਾ ਚੇਨ ਮਾਰਕੀਟ ਇਜ਼ ਸੈਟਅਪ। ਇਸ ਦੇ ਨਾਲ ਕੀ ਹੈ, ਜਿਹੜੀ ਚੇਨ ਮਾਰਕੀਟ ਆਪਾਂ ਪੜ੍ਹਦੇ ਹਾਂ, ਉਹ ਪਹਿਲਾਂ ਮੈਂ ਤੁਹਾਨੂੰ ਫਿਗਰ ਬਣਾ ਕੇ ਦਿਖਾਈ ਸੀ, ਇੱਦਾਂ ਉਹ ਫਿਰ ਮਾਰਕੀਟ ਕੀ ਆ ਸੈਟਅਪ ਹੋ ਜਾਂਦੀ ਆ। ਫਿਰ ਉਹਨਾਂ ਤੋਂ ਕੀ ਆ ਅੱਗੇ ਛੋਟੀਆਂ ਦੁਕਾਨਾਂ ਵਾਲੇ ਖਰੀਦਦੇ ਆ, ਫਿਰ ਇੱਦਾਂ ਇਹ ਚੀਜ਼ਾਂ ਟਰੈਵਲ ਕਰਦੀਆਂ ਆਪਣੇ ਘਰ ਤੱਕ, ਦੇ ਰੀਚ ਅਸ, ਇਹ ਸਾਡੇ ਤੱਕ ਪਹੁੰਚ ਜਾਂਦੀਆਂ ਨੇ। ਇੱਕ ਇੱਥੇ ਹੋਰ ਐਗਜ਼ਾਮਪਲ ਦੇ ਤੌਰ 'ਤੇ ਇਹਨਾਂ ਨੇ ਦੱਸਿਆ ਆਫਤਾਬ ਦਾ ਹੋਲਸੇਲਰ ਇਨ ਸਿਟੀ। ਆਫਤਾਬ ਨਾਂ ਦਾ ਪਰਸਨ, ਠੀਕ ਹੈ, ਜਿਹੜਾ ਕਿ ਹੋਲਸੇਲ ਦਾ ਕੰਮ ਕਰਦਾ, ਉਹ ਮੋਰਨਿੰਗ ਟਾਈਮ 2 ਵਜੇ ਸਵੇਰੇ ਮੰਡੀ ਦੇ ਵਿੱਚ ਜਾਂਦਾ। ਜਿਵੇਂ ਸ਼ਹਿਰਾਂ ਦੇ ਵਿੱਚ ਮੰਡੀਆਂ ਹੁੰਦੀਆਂ ਵੈਜੀਟੇਬਲ, ਠੀਕ ਹੈ, ਉੱਥੇ ਪਹੁੰਚਦਾ। ਉੱਥੇ ਜਾਣ ਸਾਰ ਉਹ ਕੀ ਕਰਦਾ, ਆਪਣੀ ਜਿਹੜੀ ਮੰਡੀ ਦੇ ਵਿੱਚ ਸਬਜ਼ੀਆਂ ਖਰੀਦਣੀਆਂ ਸਟਾਰਟ ਕਰਦਾ। ਉੱਥੇ ਜਿਹੜੀ ਵੈਜੀਟੇਬਲ ਨੇ ਉਹ ਟਰੱਕ ਦੇ ਵਿੱਚ, ਮੈਟਾਡੋਰ, ਟਰੈਕਟਰ ਟਰਾਲੀ ਦੇ ਥਰੂ ਨੇੜਿਓਂ ਦੂਰੋਂ ਦੇ ਖੇਤਾਂ ਜਾਂ ਇਲਾਕਿਆਂ ਦੇ ਵਿੱਚੋਂ ਆਉਂਦੀਆਂ ਨੇ ਮੰਡੀ ਦੇ ਵਿੱਚ ਵੇਚਣ ਦੇ ਲਈ। ਆਫਤਾਬ ਕੀ ਕਰਦਾ, ਉਹ ਸਭ ਤੋਂ ਪਹਿਲਾਂ ਜਿਹੜੀ ਚੀਜ਼ ਉਸ ਨੇ ਖਰੀਦਣੀ ਹੁੰਦੀ ਆ ਉਸ ਦੀ ਨਿਲਾਮੀ ਕਰਵਾਉਣੀ ਸਟਾਰਟ ਕਰ ਦਿੰਦਾ, ਆਕਸ਼ਨ ਹੁੰਦਾ, ਨਿਲਾਮੀ ਕਰਨੀ, ਠੀਕ ਹੈ। ਫਿਰ ਜਿਵੇਂ ਉਹ ਕਹਿੰਦੇ ਟੂਡੇ ਫੋਰ ਐਗਜ਼ਾਮਪਲ, ਅੱਜ ਦੇ ਦਿਨ ਉਸਨੇ ਕੀ ਖਰੀਦਿਆ, ਹੀ ਬਾਊਟ 5 ਕੁਇੰਟਲ ਆਫ ਕਾਲੀਫਲਾਵਰ, ਉਸਨੇ ਆਪਣੀ ਫੁੱਲ ਗੋਭੀ 5 ਕੁਇੰਟਲ ਖਰੀਦੀ ਆ, ਅਤੇ 10 ਕੁਇੰਟਲ ਆਫ ਅਨੀਅਨ, ਅਤੇ 10 ਕੁਇੰਟਲ ਉਸਨੇ ਪਿਆਜ਼ ਖਰੀਦਿਆ। ਇਸ ਤੋਂ ਬਾਅਦ ਕੀ ਆ, ਹੀ ਹੈ ਸ਼ਾਪ ਇਨ ਦਾ ਮਾਰਕੀਟ ਵੇਅਰ ਹੀ ਸਟੋਰ ਦਾ ਵੈਜੀਟੇਬਲ। ਫਿਰ ਉਸਦੀ ਇੱਕ ਸ਼ਾਪ ਹੈ ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ, ਠੀਕ ਹੈ, ਜਿੱਥੇ ਉਹ ਇਹ ਸਾਰੀਆਂ ਚੀਜ਼ਾਂ ਵੈਜੀਟੇਬਲ ਨੂੰ ਜਾ ਕੇ ਸਟੋਰ ਕਰ ਲੈਂਦਾ, ਠੀਕ ਹੈ, ਜੋ ਉਸਨੇ ਖਰੀਦਿਆ ਮੰਡੀ ਦੇ ਵਿੱਚੋਂ। ਉਹ ਫਿਰ ਇੱਕ ਆਪਣੀ ਸ਼ਾਪ ਆ ਜਿੱਥੇ, ਉੱਥੇ ਜਾ ਕੇ ਉਹ ਸਟੋਰ ਕਰ ਲੈਂਦਾ। ਫਿਰ ਉਹ ਸ਼ਾਪ ਤੋਂ ਕੀ ਕਰਦਾ, ਸ਼ਾਪ ਤੋਂ ਬਾਅਦ ਦੇ ਵਿੱਚ ਜਦੋਂ ਸਵੇਰ ਦੇ 6 ਵੱਜਦੇ ਨੇ, ਫਿਰ ਹੋਰ ਜਿਹੜੇ ਆਪਣੇ ਛੋਟੇ ਰੇਹੜੀਆਂ ਵਾਲੇ, ਛੋਟੀਆਂ ਦੁਕਾਨਾਂ ਵਾਲੇ, ਫਿਰ ਉਸ ਤੋਂ ਉਹ ਜਿਹੜੀ ਵੈਜੀਟੇਬਲ ਨੇ ਖਰੀਦਦੇ ਆ, ਫਿਰ ਉਹ ਆਪਣੇ ਤੱਕ ਸਾਰਾ ਕੁਛ ਇੱਦਾਂ ਪਹੁੰਚਦੇ ਆ। ਮੰਨ ਲਓ ਇੱਥੇ ਕੀ ਆ, ਇੱਕ ਮੰਡੀ ਦੇ ਵਿੱਚੋਂ ਆਫਤਾਬ ਲਿਆਉਂਦਾ ਖਰੀਦ ਕੇ, ਉਹ ਇੱਕ ਹੋਲਸੇਲਰ ਦਾ ਕੰਮ ਕਰਦਾ, ਮਤਲਬ ਇੱਕ ਵੱਡੇ ਵਪਾਰੀ ਦੇ ਤੌਰ 'ਤੇ ਕੰਮ ਕਰਦਾ। ਫਿਰ ਉਸ ਤੋਂ ਛੋਟੇ ਰੇਹੜੀਆਂ ਵਾਲੇ, ਛੋਟੀਆਂ ਦੁਕਾਨਾਂ ਵਾਲੇ ਖਰੀਦ ਲੈਂਦੇ ਆ ਸਬਜ਼ੀਆਂ, ਫਿਰ ਉਹ ਆਪਣੇ ਘਰ ਤੱਕ ਉਹ ਚੀਜ਼ਾਂ ਨੂੰ ਪਹੁੰਚਾ ਦਿੰਦੇ ਆ। ਇਸ ਨੂੰ ਆਪਾਂ ਚੇਨ ਆਫ ਮਾਰਕੀਟ ਕਹਿੰਦੇ ਆ। ਓਕੇ, ਨੈਕਸਟ ਚੱਲਦੇ ਹਾਂ ਆਪਾਂ ਮਾਰਕੀਟ ਐਵਰੀਵੇਅਰ, ਠੀਕ ਹੈ। ਐਵਰੀਵੇਅਰ ਮਾਰਕੀਟ ਦੇ ਵਿੱਚ ਆਪਾਂ ਪੜ੍ਹਾਂਗੇ
So far we have different marketplace where people buy and sell a variety of good and service। ਦੇਖੋ ਆਪਾਂ ਡਿਫਰੈਂਟ ਮਾਰਕੀਟ ਪਲੇਸਿਸ ਦੇਖੀਆਂ ਜਿੱਥੇ ਪੀਪਲ ਜਿਹੜੇ ਖਰੀਦਦੇ ਨੇ ਜਾਂ ਵੇਚਦੇ ਨੇ ਵੈਰਾਈਟੀ ਆਫ ਗੁੱਡਸ ਅਲੱਗ-ਅਲੱਗ ਕਿਸਮਾਂ ਦੀਆਂ ਚੀਜ਼ਾਂ ਖਰੀਦਦੇ ਨੇ ਜਾਂ ਅਤੇ ਉਹਨਾਂ ਦੀ ਸਰਵਿਸਿਜ਼। ਠੀਕ ਹੈ, ਆਲ ਮਾਰਕੀਟ ਆਰ ਇਨ ਸਪੈਸੀਫਿਕ ਲੋਕੈਲਿਟੀ ਐਂਡ ਵਰਕ ਇਨ ਦਾ ਪਾਰਟੀਕੂਲਰ ਮੈਨਰ ਐਂਡ ਟਾਈਮ। ਜਿਹੜੀਆਂ ਇੱਦਾਂ ਦੀਆਂ ਦੁਕਾਨਾਂ ਨੇ ਮਾਰਕੀਟ ਨੇ ਉਹ ਇੱਕ ਪਾਰਟੀਕੂਲਰ ਮੈਨਰ ਦੇ ਵਿੱਚ ਜਾਂ ਟਾਈਮ ਦੇ ਵਿੱਚ ਕੰਮ ਕਰਦੀਆਂ ਨੇ ਜਾਂ ਆਪਣਾ ਸਮਾਨ ਵੇਚਦੀਆਂ ਨੇ ਇੱਕ ਲੋਕੈਲਿਟੀ ਦੇ ਵਿੱਚ ਇੱਕ ਪਰਮਾਨੈਂਟ ਜਗ੍ਹਾ ਦੇ ਵਿੱਚ ਉਹ ਕਰਦੇ ਨੇ। ਠੀਕ ਹੈ, ਪਰ ਕੁਛ ਜਿਹੜੇ ਹਾਊਐਵਰ it is not always necessary that one has to go to the market to purchase goods। ਉਹ ਕਹਿੰਦੇ ਆਪਣੇ ਕੋਲ ਇੰਨਾ ਟਾਈਮ ਨਹੀਂ ਹੋ ਸਕਦਾ ਹਰ ਟਾਈਮ ਵੀ ਆਪਾਂ ਮਾਰਕੀਟ ਜਾਈਦੇ ਜਾਂ ਕੁਛ ਖਰੀਦ ਸਕੀਏ। ਇਸ ਦੇ ਲਈ ਕੀ ਕਰ ਸਕਦੇ ਆਪਾਂ, ਯੂ ਕੈਨ ਪਲੇਸ ਆਰਡਰ ਇਨ ਵਰਾਇਟੀ ਐਂਡ ਥਿੰਗ ਥਰੂ ਦਾ ਫੋਨ ਐਂਡ ਦੀਜ਼ ਥਰੂ ਦਾ ਨੈਟ। ਅੱਜ ਕੱਲ੍ਹ ਆਪਾਂ ਕੀ ਕਰਦੇ, ਜੇਕਰ ਆਪਾਂ ਮਾਰਕੀਟ ਨਹੀਂ ਜਾ ਸਕਦੇ ਤਾਂ ਆਪਾਂ ਫੋਨ ਦੇ ਥਰੂ, ਠੀਕ ਹੈ, ਅਤੇ ਨੈੱਟ ਦੇ ਥਰੂ ਆਪਾਂ ਕੁਛ ਵੀ ਮੰਗਵਾ ਸਕਦੇ ਆਪਣੇ। ਠੀਕ ਹੈ, ਕੋਈ ਵੀ ਆਪਾਂ ਜ਼ਰੂਰਤ ਦੀ ਜਿਹੜੀ ਚੀਜ਼ ਆ ਸਮਾਨ ਆ ਗੁਡਸ ਆ ਡਿਲੀਵਰ ਐਟ ਹੋਮ। ਠੀਕ ਹੈ, ਉਹ ਆਪਣੇ ਘਰ ਡਿਲੀਵਰ ਕਰਨਗੇ। ਇਸ ਤੋਂ ਇਲਾਵਾ ਕੁਛ ਕਲੀਨਿਕਲ ਜਾਂ ਨਰਸਿੰਗ ਜਿਹੜੇ ਹੋਮਸ ਨੇ ਉਹ ਵੀ ਇੱਦਾਂ ਦੀ ਆਪਾਂ ਨੂੰ ਫੈਸਿਲਿਟੀਜ਼ ਘਰ ਤੱਕ ਮੁਹੱਈਆ ਕਰਦੇ ਨੇ। ਠੀਕ ਹੈ, ਕੁਛ ਵੀ ਅੱਜ ਕੱਲ੍ਹ ਆਪਾਂ ਮਤਲਬ ਕੋਈ ਪਾਰਟੀਕੂਲਰ ਜਗ੍ਹਾ 'ਤੇ ਜਾਣ ਦੀ ਜ਼ਰੂਰਤ ਨਹੀਂ, ਆਪਾਂ ਕੁਛ ਵੀ ਖਰੀਦਣ ਜਾਂ ਵੇਚਣ ਦੇ ਲਈ ਆਪਣੇ ਹੋਮ ਡਿਲੀਵਰੀ ਹੋ ਸਕਦੀ। ਜਿਵੇਂ ਆਪਾਂ ਫੋਰ ਐਗਜ਼ਾਮਪਲ ਕੁਛ ਵੀ ਫਲਿੱਪਕਾਰਟ ਨੇ, ਐਮਾਜ਼ੋਨ ਨੇ, ਇੱਦਾਂ ਦੀਆਂ ਆਈਟਮਸ ਨੇ ਉਹਨਾਂ ਤੋਂ ਆਪਾਂ ਕੁਛ ਵੀ ਮੰਗਵਾ ਸਕਦੇ ਹਾਂ ਆਪਣਾ, ਜਾਂ ਕੁਛ ਵੀ ਆਪਾਂ ਵੇਚ ਸਕਦੇ। ਕੁਛ ਇੱਦਾਂ ਦੀਆਂ ਆਪਾਂ ਨੂੰ ਸਾਈਟਸ ਜੇ ਐਪਸ ਬਣੀਆਂ ਹੋਈਆਂ ਨੇ। ਠੀਕ ਹੈ, ਉਹਨਾਂ ਲਈ ਆਪਾਂ ਨੂੰ ਮਾਰਕੀਟ 'ਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਇਸ ਤੋਂ ਇਲਾਵਾ the market that we looked at above are the ones that we recognize easily. However, they are markets that we may not be so aware them. This is because a large number of goods are bought and sold that we don't use directly। ਕੁਛ ਇੱਦਾਂ ਦੀਆਂ ਆਈਟਮਾਂ ਵੀ ਨੇ ਆਪਾਂ ਜੋ ਡਾਇਰੈਕਟਲੀ ਨਹੀਂ ਖਰੀਦ ਸਕਦੇ। ਜਿਵੇਂ ਆਪਾਂ ਪਹਿਲਾਂ ਇਸ ਪੈਰੇ ਦੇ ਵਿੱਚ ਪੜ੍ਹ ਕੇ ਹਟੇ ਹਾਂ ਵੀ ਜੋ ਵੀ ਕੋਈ ਵੀ ਆਪਾਂ ਪਰਚੇਜ਼ ਕਰਨਾ ਕੁਛ ਵੀ ਜਾਂ ਆਪਾਂ ਵੇਚਣਾ ਜਾਂ ਖਰੀਦਣਾ ਉਹ ਆਪਾਂ ਘਰ ਬੈਠੇ ਵੇਚ ਜਾਂ ਖਰੀਦ ਸਕਦੇ ਹਾਂ ਬਾਏ ਫੋਨ ਜਾਂ ਨੈੱਟ ਦੇ ਥਰੂ। ਠੀਕ ਹੈ, ਇੰਟਰਨੈਟ ਦੇ ਥਰੂ। ਪਰ ਕੁਛ ਇੱਦਾਂ ਦੇ ਪ੍ਰੋਡਕਟ ਵੀ ਹੈ ਜਿਹੜੇ ਈਜ਼ਲੀ ਆਪਾਂ ਨਾ ਘਰ ਬੈਠੇ ਮੰਗਵਾ ਸਕਦੇ ਹਾਂ ਨਾ ਹੀ ਵੇਚ ਸਕਦੇ ਹਾਂ। ਠੀਕ ਹੈ, ਫੋਰ ਐਗਜ਼ਾਮਪਲ ਦੇ ਲਈ ਉਹਨਾਂ ਨੇ ਦੱਸਿਆ ਹੋਇਆ ਫਾਰਮਰ ਯੂਜ਼ਸ ਫਰਟੀਲਾਈਜ਼ਰ ਟੂ ਗਰੋ ਕ੍ਰੌਪਸ ਹੀ ਪਰਚੇਜ ਫਰੋਮ ਸਪੈਸ਼ਲ ਸ਼ੋਪਸ ਇਨ ਆ ਸਿਟੀ। ਕੁਝ ਵੀ ਫਰਟੀਲਾਈਜ਼ਰ ਜਾਂ ਕੋਈ ਵੀ ਆਪਣੀਆਂ ਫਸਲਾਂ ਦੇ ਲਈ ਆਪਾਂ ਨੂੰ ਦਵਾਈਆਂ ਜਾਂ ਕੋਈ ਬੀਜ ਵਗੈਰਾ ਚਾਹੀਦੇ ਨੇ ਉਹ ਆਪਾਂ ਇੱਕ ਪਰਮਾਨੈਂਟ ਇੱਕ ਜਿਹੜੀ ਸਪੈਸ਼ਲ ਸ਼ੋਪ ਹੋਵੇਗੀ ਸਿਟੀ ਦੇ ਵਿੱਚ ਉੱਥੋਂ ਹੀ ਕਿਸਾਨ ਖਰੀਦੇਗਾ। ਇਸ ਤੋਂ ਇਲਾਵਾ ਇੱਕ ਕਾਰ ਫੈਕਟਰੀ ਦੇ ਵਿੱਚ ਜੇ ਆਪਾਂ ਕਾਰ ਖਰੀਦਣੀ ਆ ਉਸ ਦੇ ਜਿਹੜੇ ਅਲੱਗ-ਅਲੱਗ ਪਾਰਟਸ ਨੇ। ਠੀਕ ਹੈ, ਇੰਜਨ, ਗੇਅਰ, ਪੈਟਰੋਲ ਟੈਂਕ, ਐਕਸਲ, ਵੀਲ ਐਕਸੈਕਟਰਾ। ਇਹ ਕੀ ਆ ਜਿਹੜਾ ਕਾਰ ਬਣਾਉਂਦੇ ਨੇ ਅਲੱਗ-ਅਲੱਗ ਮਤਲਬ ਫੈਕਟਰੀਜ਼ ਤੋਂ ਇੱਦਾਂ ਪਾਰਟ ਕਲੈਕਟ ਕੀਤੇ ਜਾਂਦੇ ਆ, ਫਿਰ ਉਸ ਦਾ ਇੱਕ ਕਾਰ ਬਣਾਈ ਜਾਂਦੀ ਜਿਹੜੀ ਕਿ ਬਾਅਦ ਦੇ ਵਿੱਚ ਆਪਾਂ ਨੂੰ ਸ਼ੋਅਰੂਮ ਤੋਂ ਮਿਲਦੀ ਆ। ਕਹਿਣ ਦਾ ਮਤਲਬ ਹੈ ਕਿ ਕੁਛ ਪ੍ਰੋਡਕਟ ਜਿਹੜੇ ਆਪਾਂ ਡਾਇਰੈਕਟਲੀ ਬਾਏ ਕਰ ਸਕਦੇ ਹਾਂ। ਠੀਕ ਹੈ, ਪਰ ਕੁਛ ਇੱਦਾਂ ਦੇ ਪ੍ਰੋਡਕਟ ਹੈ ਜੋ ਇਸ ਦੇ ਵਿੱਚ ਆਪਾਂ ਪੈਰ ਦੇ ਵਿੱਚ ਰੀਡ ਕੀਤੇ ਲਾਈਕ ਦੈਟ ਕਾਰ। ਠੀਕ ਹੈ, ਉਸ ਦੇ ਲਈ ਕੀ ਹੈ ਕਿਉਂਕਿ ਉਸ ਦੇ ਜਿਹੜੇ ਪ੍ਰੋਡਕਟ ਨੇ ਪਾਰਟਸ ਨੇ ਅਲੱਗ-ਅਲੱਗ ਫੈਕਟਰੀ ਤੋਂ ਆਉਂਦੇ ਨੇ, ਫਿਰ ਉਹ ਕਾਰ ਬਣਦੀ ਹੈ, ਫਿਰ ਆਪਾਂ ਉਸ ਨੂੰ ਖਰੀਦਦੇ ਹਾਂ। ਠੀਕ ਹੈ, ਇੱਦਾਂ ਕਰਕੇ ਆਪਾਂ ਉਸ ਨੂੰ ਡਾਇਰੈਕਟਲੀ ਇੱਦਾਂ ਨਹੀਂ ਹੈਗਾ ਵੀ ਫੈਕਟਰੀ 'ਚ ਜਾ ਕੇ ਖਰੀਦ ਲਾਂਗੇ, ਉਹ ਸ਼ੋਅਰੂਮ ਦੇ ਵਿੱਚ ਆਵੇਗੀ ਕਾਰ ਫਿਰ ਆਪਾਂ ਖਰੀਦਾਂਗੇ। ਠੀਕ ਹੈ, ਮਾਰਕੀਟਸ ਐਂਡ ਇਕੁਐਲਿਟੀ। ਮਾਰਕੀਟ ਐਂਡ ਇਕੁਐਲਿਟੀ ਦੇ ਵਿੱਚ ਕੀ ਆ ਆਪਾਂ ਜੋ ਵੀ ਚੈਪਟਰ ਦੇ ਵਿੱਚ ਰੀਡ ਕੀਤਾ ਉਸ ਦੇ ਵਿੱਚ ਦੇਖਾਂਗੇ। ਆਪਾਂ ਪਹਿਲਾਂ ਦੇਖਦੇ ਵੀ ਜਿਹੜੇ ਸ਼ਾਪ ਓਨਰ ਨੇ ਆਪਾਂ ਦੇਖੇ ਨੇ। ਠੀਕ ਹੈ, ਜੋ ਦੁਕਾਨਦਾਰ ਨੇ ਲਾਈਕ ਦੈਟ ਵੀਕਲੀ ਮਾਰਕੀਟ, ਜਿਹੜੇ ਦੁਕਾਨਦਾਰ ਵੀਕਲੀ ਮਾਰਕੀਟ ਚਲਾਉਂਦੇ ਨੇ। ਠੀਕ ਆ, ਕੋਈ ਉਹਨਾਂ ਦਾ ਪਰਮਾਨੈਂਟ ਟਿਕਾਣਾ ਨਹੀਂ ਹੈਗਾ, ਇੱਕ ਜਗ੍ਹਾ ਦੂਸਰੀ ਜਗ੍ਹਾ ਇੱਦਾਂ ਉਹ ਮੂਵ ਕਰਦੇ ਰਹਿੰਦੇ ਨੇ। ਜਾਂ ਸ਼ੋਪਿੰਗ ਕੰਪਲੈਕਸ ਨੇ ਜਿਹੜੇ ਵੱਡੇ ਵੱਡੇ ਮਾਲ ਦੇ ਵਿੱਚ ਹੈਗੇ ਨੇ, ਇਹਨਾਂ ਦਾ ਆਪਾਂ ਕੰਪੈਰੀਜ਼ਨ ਕਰਦੇ। ਜਿਹੜੇ ਵੀਕਲੀ ਮਾਰਕੀਟ ਵਾਲੇ ਆ ਉਹ ਥੋੜ੍ਹੇ ਸਮੇਂ ਲਈ ਸਮਾਨ ਵੇਚਦੇ ਆ ਥੋੜ੍ਹਾ ਪੈਸਾ ਕਮਾਉਣ ਦੇ ਲਈ। ਠੀਕ ਆ, ਉਹ ਆਪਣੀ ਦੁਕਾਨ ਚਲਾਉਂਦੇ ਆ। ਪਰ ਜਿਹੜੇ ਮਾਲਸ ਦੇ ਵਿੱਚ ਹੈਗੇ ਆ ਸ਼ੋਪਿੰਗ ਕੰਪਲੈਕਸ ਨੇ ਇਹਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਪੈਸਾ ਸਪੈਂਡ ਕਰਦੇ ਆ ਕਿਸ ਚੀਜ਼ 'ਤੇ, ਮਨੀ ਟੂ ਸੈਟ ਅਪ ਦਾ ਸ਼ੋਪ, ਆਪਣੀ ਦੁਕਾਨ ਨੂੰ ਸਜਾਉਣ ਦੇ ਲਈ ਜਾਂ ਸਜਾਵਟ ਦੇ ਲਈ ਵੀ ਅਟਰੈਕਟ ਕਰੇ ਉਹ ਲੋਕਾਂ ਨੂੰ। ਠੀਕ ਹੈ, ਤਾਂ ਕਰਕੇ ਉਹ ਸਾਰਾ ਕੁਛ ਇਹ 'ਤੇ ਕਾਫੀ ਸੈਟਅਪ ਕਰਨ ਦੇ ਲਈ ਪੈਸਾ ਸਪੈਂਡ ਕਰਦੇ ਆ। ਠੀਕ ਹੈ, ਫਿਰ ਉਹਨਾਂ ਦੀ ਕੀ ਹੈ ਜ਼ਰੂਰਤ ਵੀ ਜ਼ਿਆਦਾ ਹੁੰਦੀ ਆ। ਠੀਕ ਹੈ, ਉਹਨਾਂ ਨੇ ਪੈਸਾ ਖਰਚਿਆ ਹੈ ਆਪਣੀ ਦੁਕਾਨ ਦੇ ਉੱਪਰ ਸ਼ੋਪ ਦੇ ਉੱਤੇ, ਤਾਂ ਫਿਰ ਉਨਾ ਹੀ ਉਹ ਜ਼ਿਆਦਾ ਕਮਾਉਣ ਦੀ ਇੱਛਾ ਰੱਖਣਗੇ। ਠੀਕ ਹੈ, ਇਸ ਤਰ੍ਹਾਂ ਆਪਾਂ ਇਹਨਾਂ ਦਾ ਕੰਪੈਰੀਜ਼ਨ ਕਰ ਸਕਦੇ ਹਾਂ ਵੀ ਜਿਹੜਾ ਵੀਕਲੀ ਮਾਰਕੀਟ ਵਾਲਾ ਉਹਨਾਂ ਦੀ ਮਤਲਬ ਥੋੜ੍ਹੇ ਪੈਸੇ
ਕਮਾ ਸਕਦੇ ਆ ਉਹ, ਪਰ ਜਿਹੜੇ ਮਾਲ ਦੇ ਵਿੱਚ ਆ ਦੁਕਾਨ ਵਾਲੇ ਸ਼ੌਪ ਵਾਲੇ ਉਹ ਜ਼ਿਆਦਾ ਅਮਾਊਂਟ ਦੇ ਵਿੱਚ ਪੈਸਾ ਕਮਾਉਣਾ ਚਾਹੁੰਦੇ ਆ। ਦੇ ਆਲਸੋ ਆਰ ਅਨਇਕੁਅਲ ਅਮਾਊਂਟਸ, ਕੋਈ ਇਹਨਾਂ ਦੀ ਜਿਹੜੀ ਅਮਾਊਂਟ ਦੇ ਵਿੱਚ ਬਹੁਤ ਜ਼ਿਆਦਾ ਬਖਰੇਵਾਂ ਹੈ, ਡਿਫਰੈਂਸ ਆ ਵੀਕਲੀ ਮਾਰਕੀਟ ਅਤੇ ਜਿਹੜੇ ਆਪਣੇ ਮਾਲਸ ਨੇ। ਇਸ ਤੋਂ ਇਲਾਵਾ ਸਿਮਿਲਰਲੀ ਕੀ ਆ, buyer are differently places. There are many who are not able to afford the cheapest of good while other are busy shopping in mall। ਕੁਛ ਇੱਦਾਂ ਦੇ ਬਾਇਰ ਮਤਲਬ ਖਰੀਦਣ ਵਾਲੇ ਜੋ ਗਾਹਕ ਨੇ, ਕੁਛ ਤਾਂ ਇੱਦਾਂ ਦੇ ਨੇ ਉਹ ਇਹਨਾਂ ਦੇ ਜਿਹੜੇ ਵੀਕਲੀ ਮਾਰਕੀਟ ਜੋ ਹੈ ਛੋਟੀਆਂ ਦੁਕਾਨਾਂ ਇਹਨਾਂ ਤੋਂ ਖਰੀਦਣਾ ਪਸੰਦ ਨਹੀਂ ਕਰ ਸਕਦੇ, ਅਤੇ ਕੁਛ ਇੱਦਾਂ ਦੇ ਵੀ ਨੇ ਜਿਹੜੇ ਜ਼ਿਆਦਾਤਰ ਸ਼ੋਪਿੰਗ ਕੀ ਆ ਮਾਲ ਦੇ ਵਿੱਚ ਹੀ ਕਰਦੇ ਆ। ਠੀਕ ਆ, ਉਹ ਚੀਪੈਸਟ ਜਿਹੜੀਆਂ ਗੁੱਡਸ ਉਹ ਖਰੀਦਦੇ ਨੇ, ਪਰ ਕੁਛ ਇੱਦਾਂ ਦੇ ਵੀ ਨੇ ਜਿਹੜੇ ਕਿ ਮਾਲ ਦੇ ਵਿੱਚ ਚੀਜ਼ਾਂ ਜੋ ਕਿ ਖਰੀਦਣੀ ਅਫੋਰਡ ਨਹੀਂ ਕਰ ਸਕਦੇ। ਠੀਕ ਆ, ਇਸ ਤਰ੍ਹਾਂ ਕੀ ਹੈ, ਇਹ ਸਾਰਾ ਡਿਫਰੈਂਟ ਮਾਰਕੀਟ ਕਾਹ 'ਤੇ ਡਿਪੈਂਡ ਕਰਦੀ ਆ, ਅਮੰਗ ਅਦਰ ਥਿੰਗਸ ਔਨ ਦਾ ਮਨੀ ਦੈਟ ਵੀ ਹੈਵ। ਇਹ ਸਾਰੀ ਜਿਹੜੀ ਮਾਰਕੀਟ ਆ, ਚਾਹੇ ਉਹ ਵੀਕਲੀ ਮਾਰਕੀਟ ਆ, ਚਾਹੇ ਮਾਲ ਦੇ ਵਿੱਚੋਂ ਸ਼ੌਪ ਹੈ, ਇਹ ਸਾਰੀ ਕਿਹੜੇ 'ਤੇ ਡਿਪੈਂਡ ਕਰਦੀ ਆ, ਆਪਣੇ ਮਨੀ 'ਤੇ, ਪੈਸੇ ਆਪਣੇ ਕੋਲ ਕਿੰਨੇ ਨੇ। ਠੀਕ ਆ, ਜੇਕਰ ਆਪਣੇ ਕੋਲ ਪੈਸੇ ਥੋੜ੍ਹੇ ਨੇ ਤਾਂ ਆਪਾਂ ਵੀਕਲੀ ਮਾਰਕੀਟ ਤੋਂ ਚੀਜ਼ ਖਰੀਦਣੀ ਪਸੰਦ ਕਰਾਂਗੇ, ਕਿਉਂਕਿ ਉਹ ਆਪਾਂ ਉਹਨਾਂ ਦੇ ਨਾਲ ਬਾਰਗੇਨਿੰਗ ਕਰ ਸਕਦੇ ਹਾਂ, ਪ੍ਰਾਈਸ ਡਾਊਨ ਕਰ ਸਕਦੇ ਹਾਂ, ਕਹਿ ਸਕਦੇ ਹਾਂ। ਜੇਕਰ ਆਪਣੇ ਕੋਲ ਜ਼ਿਆਦਾ ਪੈਸੇ ਨੇ, ਮਨੀ ਜ਼ਿਆਦਾ, ਤਾਂ ਆਪਾਂ ਮਾਲ ਦੇ ਵਿੱਚ ਚੀਜ਼ਾਂ ਖਰੀਦਣੀਆਂ ਪਸੰਦ ਕਰਾਂਗੇ, ਬ੍ਰਾਂਡਡ ਚੀਜ਼ਾਂ ਖਰੀਦਣੀਆਂ ਪਸੰਦ ਕਰਾਂਗੇ। ਇਹ ਸਾਰਾ ਕੀ ਜਿਹੜੀ ਮਾਰਕੀਟ ਕੀ ਕਰਦੀ ਹੈ, ਡਿਪੈਂਡ ਕਰਦੀ ਹੈ ਆਪਣੇ ਮਨੀ 'ਤੇ। ਵੀ ਹੈਵ ਆਲਸੋ ਐਗਜ਼ਾਮਾਈਨਡ ਆਰ ਚੇਨ ਆਫ ਮਾਰਕੀਟ that is formed before goods can reach us. It's through this chain that what is producer in one place reaches people everywhere. When things are sold, it encourages production and new opportunity are created for people to earn. However, do they offer equal opportunity? We will try to understand this through the story of Surt in the next chapter. ਦੇਖੋ, ਇਹ ਸਾਰਾ ਕੁਛ ਜਿਹੜਾ ਆਪਣਾ ਡਿਪੈਂਡ ਕਰਦਾ ਪੈਸੇ 'ਤੇ ਆ। ਸਾਰੀ ਜੋ ਚੇਨ ਆ ਮਾਰਕੀਟ ਦੀ, ਇਹ ਪ੍ਰੋਡਿਊਸਰ ਕੀ ਕਰਦੇ ਆ, ਪ੍ਰੋਡਿਊਸਰ ਜਿਹੜੇ ਫੈਕਟਰੀਆਂ 'ਚ ਸਮਾਨ ਬਣਾਉਂਦੇ ਨੇ, ਵਨ ਪਲੇਸ ਰੀਚਿਸ ਪੀਪਲ ਐਵਰੀਵੇਅਰ। ਕੁਛ ਵੀ ਪ੍ਰੋਡਕਟ ਬਣਾਉਂਦੇ ਆ, ਉਹ ਉਹਨਾਂ ਦੀ ਇੱਦਾਂ ਦੀ ਇੱਛਾ ਹੁੰਦੀ ਹੈ ਵੀ ਉਹ ਆਪਣਾ ਜੋ ਸਮਾਨ ਆ ਬਣਾਇਆ ਫੈਕਟਰੀ, ਉਹ ਹਰ ਜਗ੍ਹਾ 'ਤੇ ਪਹੁੰਚਾਉਣ, ਹਰ ਲੋਕ ਉਸ ਨੂੰ ਪਸੰਦ ਕਰਨ, ਤਾਂ ਕਿ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਜ਼ਿਆਦਾ ਵਧੇ। ਠੀਕ ਹੈ, ਉਹਨਾਂ ਨੂੰ ਜ਼ਿਆਦਾ ਮੌਕੇ ਮਿਲਣ ਹੋਰ ਕਮਾਈ ਕਰਨ ਦੇ, ਹੋਰ ਆਪਣੇ ਨਾਲ ਲੋਕ ਜੋੜਨ ਦੇ। ਠੀਕ ਹੈ, ਇਹ ਇੱਦਾਂ ਦੇ ਹੋਰ ਇਕੁਅਲ ਓਪਰਚੁਨਿਟੀ ਉਹਨਾਂ ਨੂੰ ਹੋਰ ਇੱਦਾਂ ਦੇ ਮੌਕੇ ਮਿਲਣ ਜਿਨ੍ਹਾਂ ਦੇ ਉਹ ਆਪਣੀ ਪ੍ਰੋਡਕਸ਼ਨ ਜ਼ਿਆਦਾ ਕਰ ਸਕਣ। ਇਸ ਦੇ ਬਾਰੇ ਵੀ ਵਿਲ ਟਰਾਈ ਟੂ ਅੰਡਰਸਟੈਂਡ ਦਿਸ ਥਰੂ ਦਾ ਸਟੋਰੀ ਆਫ ਦਾ ਸਰਟ ਇਨ ਨੈਕਸਟ ਚੈਪਟਰ। ਜੋ ਨੈਕਸਟ ਚੈਪਟਰ ਹੈ ਇਸ ਸਵਿਕਸ ਦਾ, ਉਸ ਦੇ ਵਿੱਚ ਇਸ ਨੂੰ ਆਪਾਂ ਸਮਝਣ ਲਈ, ਠੀਕ ਆ, ਉਸ ਚੈਪਟਰ ਦੇ ਵਿੱਚ ਜ਼ਿਆਦਾ ਹੋਰ ਡਿਟੇਲ ਦੇ ਵਿੱਚ ਪੜ੍ਹ ਸਕਦੇ ਹਾਂ। ਅੱਜ ਦੇ ਲਈ ਆਪਣਾ ਚੈਪਟਰ ਇਹ ਖਤਮ ਹੁੰਦਾ। ਨੈਕਸਟ ਆਪਾਂ ਐਕਸਰਸਾਈਜ਼ ਹੈ ਉਹ ਤੁਹਾਨੂੰ PDF ਦੇ ਥਰੂ ਤੁਹਾਡੇ ਗਰੁੱਪ ਦੇ ਵਿੱਚ ਮਿਲ ਜਾਏਗੀ। ਠੀਕ ਹੈ, ਇਸ ਤੋਂ ਵੀ ਵਧੀਆ ਆਪਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ।